वाहिगुरु साहिब जीओ। चिंता ताकी कीजिए जो अनहोनी होए। एहो मार्ग संसार को नानक थिर नहीं कोय। चिंता ताकी कीजिए जो अनहोनी होए। एह मार्ग संसार को नानक थिर नहीं कोय। जो उपज्यो सो बिनस है परो आज कै काल। नानक हर गुण गाए ले छाड़ सगल जंजाल। जो उपज्यो सो बिनस है परो आज कै काल। नानक हर गुण गाए ले छाड़ सगल जंजाल। वाहिगुरु जी का खालसा वाहिगुरु जी की फतेह। सतगुरु गरीब नवाज सच्चे पातशाह जी दीन दुनिया दे मालिक दसां पातशाहियां दे स्वरूप श्री गुरु ग्रंथ साहिब महाराज जी दे पावन पवित्र चरनां विच सुभाईमान गुरु रूप साध संगत जीओ। आप जी बड़े प्यार शरदा सहित हजूर दे चरनां विच पहुँच के लाहा प्राप्त कर रहे हो। गुरु तेग बहादुर साहब महाराज जी दे उचारण कीते हुए शलोकां विच अज दे शलोक 51 और 52 विच सतगुरां दी बख्शिश प्राप्त करन दा यतन करिए। हजूर ने इन्हां शलोकां विच एक बहुत ही सुंदर सूत्र बख्शिश कीता है। जिंदगी दा एक बहुत ही तजर्बा और सुख दी प्राप्ति दा साधन। इस श्लोक विच जो विचारधारा दिती गई है, जे कोई मनुख इनू धारण कर लवे उहदी जिंदगी दा दुख कटिया जा सकता है। उहदी जिंदगी विचों विखेप परेशानी दुख काड़ा ये सारियां दियां सारियां इस श्लोक द्वारा दूर हो सकदियां ने। पहला इसनूं समझांगे फिर इनू धारण करन दा प्रैक्टिस विच लियाउण दा प्रैक्टिकल करन दा आपां यतन कर सकने हैं। क्योंकि दो चीज़ां ने, एक थ्योरी है एक प्रैक्टिकल। थ्योरी दा मतलब है जिस काम नूं करना होवे, जिवें एक मकान तैयार करना है तो उसकी थ्योरी है उस मकान का नक्शा मन विच उकरना। भावें बाहर अजे कोई इट्टां नहीं, कोई नींह नहीं पुट्टी गई,
कोई साजो समान नहीं लियांदा गया उस मकान का, पर यह अति जरूरी है कि उस मकान नूं रूपमान बाहर खड़ा करन तो पहला एक नक्शा नवीस, एक इंजीनियर, एक सियाणा मनुख ਉਹਨੂੰ ਬਾਹਰ ਖੜਾ ਕਰਨ ਤੋਂ ਪਹਿਲਾਂ ਆਪਣੇ ਮਨ ਦੀ ਕਿਸੇ ਕੋਣ ਦੇ ਵਿੱਚ ਉਹਨੂੰ ਬਣਾਉਂਦਾ ਹੈ, ਉਹਦੀ ਕਲਪਨਾ ਕਰਦਾ ਹੈ। ਫਿਰ ਉਹਨੂੰ ਕਈ ਵਾਰੀ ਦੂਜਿਆਂ ਕੋਲੋਂ ਸਿੱਖਣਾ ਵੀ ਪੈਂਦਾ, ਦੂਜਿਆਂ ਦੇ ਮਕਾਨ ਵੀ ਦੇਖਣੇ ਪੈਂਦੇ ਵੀ ਕਿਵੇਂ ਬਣੇ ਨੇ, ਇਹਨਾਂ ਵਿੱਚ ਕਿਹੜੀਆਂ ਕਮੀਆਂ ਨੇ, ਕਿਹੜੀ ਸਹੂਲਤ ਹੈ। ਇਸ ਤਰ੍ਹਾਂ ਉਸ ਨੂੰ ਪਹਿਲਾਂ ਥਿਉਰੀ ਤੇ ਕੰਮ ਕਰਨਾ ਪੈਂਦਾ, ਪਹਿਲਾਂ ਉਸ ਨੂੰ ਕਲਪਨਾ ਕਰਨੀ ਪੈਂਦੀ ਹੈ, ਪਹਿਲਾਂ ਉਸ ਨੂੰ ਆਪਣੇ ਮਨ ਵਿੱਚ ਜਾਅਲੀ ਤੌਰ ਤੇ ਉਹ ਮਕਾਨ ਤਿਆਰ ਕਰਨਾ ਪੈਂਦਾ ਹੈ। ਇਸ ਕਰਕੇ ਥਿਉਰੀ ਵੀ ਜ਼ਰੂਰੀ ਹੈ। ਕਿਸੇ ਕੰਮ ਨੂੰ ਪ੍ਰੈਕਟੀਕਲ ਦਾ ਅਰਥ ਹੈ ਪਹਿਲਾਂ ਅੰਦਰ ਸੋਚਿਆ, ਉਕਰਿਆ, ਬਣਾਇਆ, ਨਕਸ਼ਾ ਤਿਆਰ ਕੀਤਾ, ਉਹ ਅੰਦਰ ਬਣ ਗਿਆ, ਹਿਸਾਬ ਕਿਤਾਬ ਲਾ ਲਿਆ ਵੀ ਇਹਦਾ ਸਮਾਨ ਕਿੱਥੋਂ ਮਿਲਣਾ, ਸਾਰੀਆਂ ਚੀਜ਼ਾਂ ਦਾ ਪਤਾ ਕਰ ਲਿਆ। ਜੇ ਥਿਉਰੀ ਹੀ ਨਹੀਂ, ਜੇ ਸਮਝਿਆ ਹੀ ਨਹੀਂ, ਜੇ ਪਹਿਲਾਂ ਉਹਨਾਂ ਦੀ ਸੰਗਤ ਹੀ ਨਹੀਂ ਕੀਤੀ ਜਿਨ੍ਹਾਂ ਨੇ ਉਹ ਮਕਾਨ ਬਣਾਏ ਨੇ, ਤੇ ਆਦਮੀ ਕਿਹੜੀ ਦੁਕਾਨ ਤੇ ਜਾਏਗਾ, ਕਿੱਥੋਂ ਖਰੀਦੇਗਾ? ਇੱਟਾਂ ਖਰੀਦਣੀਆਂ ਹੋਣ ਤੇ ਸੌਦੇ ਵਾਲੀ ਦੁਕਾਨ ਤੇ ਪੁੱਛੇਗਾ, ਤੁਹਾਡੇ ਕੋਲੋਂ ਸਮਾਨ ਮਿਲ ਜਾਏਗਾ? ਕਿਉਂਕਿ ਉਹਨੇ ਥਿਉਰੀ ਨੂੰ ਨਹੀਂ ਸਿੱਖਿਆ, ਪਹਿਲਾਂ ਸਮਝਿਆ ਹੀ ਨਹੀਂ ਹੈ, ਤਾਂ ਉਹ ਆਦਮੀ ਵੀ ਗਲਤ ਰਾਹ ਤੇ ਚਲਾ ਜਾਂਦਾ ਹੈ। ਸਮਝਣਾ ਵੀ ਜ਼ਰੂਰੀ ਹੈ ਧਰਮ ਨੂੰ ਬਹੁਤ ਜ਼ਿਆਦਾ। ਔਰ ਮੈਂ ਵੀ ਬੇਨਤੀ ਕਰਾਂ, ਜਿੰਨਾ ਜਿੰਨਾ ਆਦਮੀ ਬਹੁਤਾ ਚਲਾਕ ਹੋਵੇ ਉਹਨੂੰ ਹੋਰ ਜ਼ਿਆਦਾ ਸਮਝਣਾ ਪੈਂਦਾ। ਜਿੰਨਾ ਸਾਦਾ ਆਦਮੀ ਉਹਦਾ ਘੱਟ ਸਮਝ ਨਾਲ ਚੱਲਦਾ ਹੈ। ਪਹਿਲਾਂ ਲੋਕ ਸਨ, ਅੱਜ ਤੋਂ 500 700 1000 ਸਾਲ ਪਹਿਲਾਂ, ਉਹਨਾਂ ਨੂੰ ਧਰਮ ਬਾਰੇ ਸਮਝਣਾ ਕੋਈ ਬਹੁਤਾ ਔਖਾ ਨਹੀਂ ਸੀ, ਬਹੁਤਾ ਉਹਨਾਂ ਨਾਲ ਸਿਰ ਖਪਾਈ ਦੀ ਲੋੜ ਨਹੀਂ ਸੀ। ਕਿਉਂ? ਜਿਤਨਾ ਇੱਕ ਸਾਧ ਸੰਗਤ ਜਿਹੜੀ ਥਾਂ ਤੇ ਮਕਾਨ ਬਣਾਉਣਾ, ਪਹਿਲਾਂ ਉਹ ਥਾਂ ਪਹਿਲਾਂ ਹੀ ਸਾਫ਼ ਹੋਵੇਗੀ, ਘੱਟ ਸਾਫ਼ ਕਰਨੀ ਪਏਗੀ। ਤੇ ਜੇ ਪਹਿਲਾਂ ਹੀ ਢੇਰ ਲੱਗੇ ਹੋਏ ਨੇ, ਪਹਿਲਾਂ ਤੇ ਉਹਨਾਂ ਨੂੰ ਹਟਾਉਣਾ ਪਏਗਾ। ਇਸ ਕਰਕੇ ਭਾਈ ਗੁਰਦਾਸ ਜੀ ਇੱਕ ਬਚਨ ਕਹਿੰਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਆਏ, ਉਦੋਂ ਹਨੇਰੇ ਦੀ ਥਾਂ ਤੇ ਇੱਕ ਹੋਰ ਚੀਜ਼ ਸੀ। ਗੁਰੂ ਦਾ ਕੰਮ ਹੈ ਕਿ ਜਿਹਦੀ ਗੁਰੂ ਦੀ ਹਜ਼ੂਰੀ ਵਿੱਚ ਬੰਦੇ ਨੂੰ ਸਾਫ਼-ਸਾਫ਼ ਦਿਸਣ ਲੱਗ ਪਿਆ। ਗੁਰੂ ਇੱਕ ਇਹ ਚਾਨਣ ਹੈ, ਇੱਕ ਲਾਈਟ ਹੈ, ਇੱਕ ਦੀਵੇ ਵਰਗਾ, ਜਿਹਦੇ ਵਿੱਚ ਬੰਦੇ ਨੂੰ ਠੀਕ ਦਿਸੇ ਜ਼ਿੰਦਗੀ ਦਾ ਰਸਤਾ। ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ, ਭਾਈ ਗੁਰਦਾਸ ਜੀ ਕਹਿੰਦੇ ਨੇ ਹਨੇਰਾ ਨਹੀਂ ਸੀ ਉਦੋਂ ਇੱਕ ਨਵੀਂ ਚੀਜ਼ ਸੀ ਜਿਹਨੂੰ ਹਟਾਉਣਾ ਬੜਾ ਕਠਿਨ। ਉਦੋਂ ਸੀ ਧੁੰਦ। ਹਨੇਰੇ ਦਾ ਤੇ ਇਲਾਜ ਹੈ। ਜਿਹੜਾ ਵਿਅਕਤੀ ਸਿਆਣਪ ਵਿੱਚ ਘੱਟ ਹੈ, ਚਾਲਾਕ ਘੱਟ ਹੈ, ਉਹਦੇ ਵਿੱਚ ਮੂਰਖਤਾ ਭਰੀ ਸਿਆਣਪ ਘੱਟ ਹੈ, ਉਹਨੂੰ ਤੇ ਸਮਝਾਉਣਾ ਅਤ ਸੌਖਾ ਹੈ, ਕੋਰੇ ਕਾਗਜ਼ ਵਰਗਾ, ਸਮਝ ਸਕਦਾ। ਪਰ ਜਿਹਨੇ ਬਹੁਤ ਕੁਝ ਸਿੱਖ ਲਿਆ, ਪਹਿਲਾਂ ਜਾਣ ਲਿਆ, ਪਹਿਲਾਂ ਉਹਦੀ ਜਾਣਕਾਰੀ ਤੋੜਨੀ ਪੈਂਦੀ ਗੁਰੂ ਨੂੰ। ਬੜਾ ਕੰਮ, ਬਹੁਤ ਕੰਮ ਕਰਨਾ ਪੈਂਦਾ ਉਹਦੇ ਤੇ, ਕਿਉਂਕਿ ਜੋ ਕੁਝ ਉਹਨੇ ਸਿੱਖਿਆ ਉਹ ਸਾਰਾ ਗਲਤ ਸੀ। ਉਹ ਸਾਰੀਆਂ ਧਾਰਨਾਵਾਂ, ਉਹ ਸਾਰੇ ਦੇ ਸਾਰੇ ਵਿਚਾਰ ਅਣਜਾਣਪੁਣੇ ਵਿੱਚ ਸਿੱਖੇ ਗਏ। ਇੱਧਰੋਂ ਉੱਧਰੋਂ ਕੂੜਾ ਕਰਕਟ, ਕੰਕਰ ਪੱਥਰ, ਸੁੱਕੇ ਪੱਤਰ, ਕੂੜਾ ਇਕੱਠਾ ਕਰ ਲਿਆ, ਵਿਚਾਰ ਐਸੇ ਅੰਦਰ ਠੋਕ ਲਏ ਜਿਨ੍ਹਾਂ ਦਾ ਕੋਈ ਸਾਰ ਨਹੀਂ ਸੀ, ਕੋਈ ਰਸਤਾ। ਉਹ ਅੰਦਰ ਖੋਪਰੀ ਵਿੱਚ ਧਸ ਗਏ। ਤੇ ਐਸੀ ਖੋਪਰੀ ਲੈ ਕੇ ਅਸੀਂ ਗੁਰੂ ਕੋਲ ਆਉਂਦੇ ਹਾਂ, ਤੇ ਸਤਿਗੁਰੂ ਫਿਰ ਕਹਿੰਦੇ ਨੇ ਹੁਣ ਬਹੁਤ ਸਮਾਂ ਲੱਗੇਗਾ, ਪਹਿਲਾਂ ਤੇਰੀ ਸਫਾਈ ਕਰਨੀ ਪਏਗੀ। ਜਿੰਨਾ ਸਿਆਣਾ ਆਦਮੀ ਸੰਸਾਰਕ ਸਿਆਣਪ ਨਾਲ ਭਰਿਆ, ਉਹਨਾਂ ਧਾਰਮਿਕ ਖੇਤਰ ਵਿੱਚ ਉਹਨੂੰ ਕੰਮ ਕਰਨ ਵਿੱਚ ਕਠਿਨਤਾ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਜਿੰਨਾ ਸਰਲ ਆਦਮੀ ਹੈ ਸੰਸਾਰ ਪੱਖੋਂ, ਸਿੱਧਾ ਹੈ, ਸਾਦਾ ਹੈ, ਸਰਲ ਹੈ, ਉਤਨੀ ਹੀ ਉਸ ਨੂੰ ਧਰਮ ਦੇ ਮਾਰਗ ਤੇ ਕੰਮ ਕਰਨਾ ਸੌਖਾ ਹੋ ਜਾਂਦਾ ਹੈ, ਜਲਦੀ ਕਰ ਲੈਂਦਾ ਹੈ।
ਤਾਂ ਪਹਿਲਾਂ ਮੈਂ ਬੇਨਤੀ ਕਰ ਰਿਹਾ ਸੀ, ਮਕਾਨ ਦੀ ਥਿਉਰੀ ਸਿੱਖਣੀ ਪੈਂਦੀ, ਕਿਵੇਂ ਬਣਦਾ, ਅੰਦਰ ਮਨ ਵਿੱਚ ਤਿਆਰ ਕਰਨਾ ਪੈਂਦਾ, ਉਹਦੇ ਤੋਂ ਬਾਅਦ ਪ੍ਰੈਕਟੀਕਲ ਬਾਹਰ ਖੜਾ ਹੋ ਜਾਂਦਾ ਮਕਾਨ, ਫਿਰ ਉਹ ਅਸਲੀ ਰੂਪ ਧਾਰਨ ਕਰ ਜਾਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਧਰਮ ਦੇ ਮਾਰਗ ਦੇ ਵਿੱਚ ਵੀ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ। ਜੇ ਸਮਝਿਆ ਨਹੀਂ ਤਾਂ ਫਿਰ ਆਪਾਂ ਕਮਾਵਾਂਗੇ ਕਿਵੇਂ? ਤਾਂ ਇਸ ਸ਼ਲੋਕ ਨੂੰ ਪਹਿਲਾਂ ਸਮਝਣਾ ਵੀ ਜ਼ਰੂਰੀ ਹੈ। ਇਸ ਸ਼ਲੋਕ ਵਿੱਚ ਦੁੱਖ ਦੇ ਖਾਤਮੇ ਦੀ ਦਵਾਈ ਹੈ। ਇਸ ਸ਼ਲੋਕ ਵਿੱਚ ਝੋਰਾ, ਚਿੰਤਾ, ਪਰੇਸ਼ਾਨੀ, ਦੁੱਖ, ਇਹਨਾਂ ਸਾਰੀਆਂ ਦੀ ਦਵਾਈ ਪਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਜੇ ਕੋਈ ਇਸ ਦਵਾਈ ਨੂੰ ਹਥੇਲੀ ਤੇ ਰੱਖ ਗਿਆ, ਹਥੇਲੀ ਤੇ ਰੱਖਣ ਦਾ ਮਤਲਬ ਖਾਣ ਤੋਂ ਪਹਿਲਾਂ ਪ੍ਰਬੰਧ ਕਰ ਲੈਣਾ, ਦਵਾਈ ਚੁੱਕਣੀ ਹੱਥ ਤੇ ਰੱਖ ਲੈਣੀ, ਪਾਣੀ ਦਾ ਗਿਲਾਸ ਪਹਿਲਾਂ ਇਹ ਤਾਂ ਕਰੀਏ। ਸਮਝਣ ਦਾ ਮਤਲਬ ਇਹ ਦਵਾਈ ਹੱਥ ਵਿੱਚ ਆ ਗਈ, ਸਮਝਣ ਦਾ ਮਤਲਬ ਦਵਾਈ ਹੱਥ ਵਿੱਚ ਆ ਗਈ। ਤਾਂ ਜਿਹਦੀ ਦਵਾਈ ਹੱਥ ਵਿੱਚ ਹੀ ਨਹੀਂ ਆਈ, ਉਹਦੇ ਮੂੰਹ ਵਿੱਚ ਕਿਵੇਂ ਜਾਏਗੀ? ਤੇ ਜਿਹਦੇ ਮੂੰਹ ਵਿੱਚ ਨਾ ਗਈ, ਉਹਦੇ ਸਰੀਰ ਵਿੱਚ ਕਿਵੇਂ ਜਾਏਗੀ? ਇਸ ਕਰਕੇ ਸਮਝਣਾ ਅਤ ਜ਼ਰੂਰੀ ਹੈ। ਸਮਝਣ ਦਾ ਮਤਲਬ ਹੁਣ ਦਵਾਈ ਹੱਥ ਵਿੱਚ ਆ ਗਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਕੀ ਵਾਪਰਦਾ ਸੰਸਾਰ ਦੇ ਵਿੱਚ, ਐਸੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ ਹਰ ਰੋਜ਼ ਕਿ ਜੋ ਵਿਅਕਤੀ ਨਹੀਂ ਚਾਹੁੰਦਾ, ਜੋ ਅਸੀਂ ਚਾਹੁੰਦੇ ਨਹੀਂ, ਉਹ ਹੁੰਦਾ ਰਹਿੰਦਾ ਹੈ। ਉਹਨੂੰ ਕਹਿ ਅਨਹੋਣੀ, ਉਹਨੂੰ ਕਹਿ ਅਨਹੋਣੀ ਵਾਪਰ ਗਈ। ਅਨਹੋਣੀ ਦਾ ਮਤਲਬ ਜੋ ਅਸੀਂ ਚਾਹੁੰਦੇ ਨਹੀਂ ਸਾਂ। ਇੱਥੇ ਤੇ ਭਾਵੇਂ ਸ਼ਲੋਕ ਇਸ ਨਾਲ ਸੰਬੰਧਿਤ ਨੇ, ਉਹ ਵਾਪਰਿਆ ਜੋ ਨਹੀਂ ਸੀ ਚਾਹੁੰਦੇ। ਕੋਈ ਨਜ਼ਦੀਕੀ ਚਲਾ ਗਿਆ, ਬੜਾ ਵੱਡਾ ਸਦਮਾ, ਬੜਾ ਵੱਡਾ ਦੁੱਖ, ਬੜੀ ਵੱਡੀ ਚਿੰਤਾ ਉਹਨੇ ਘੇਰ ਲਿਆ। ਇਹ ਬੜਾ ਵੱਡਾ ਦੁੱਖ ਹੈ, ਪਰ ਇਹਦੇ ਤੋਂ ਪਹਿਲਾਂ ਉਸ ਦੁੱਖ ਨੂੰ, ਉਸ ਅਨਹੋਣੀ ਨੂੰ ਉਹੀ ਸਹਾਰ ਲੈਂਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਪਰਮਾਤਮਾ ਦੀਆਂ ਹੋਣੀਆਂ ਨੂੰ ਪ੍ਰਵਾਨ ਕਰ ਲਿਆ। ਪਹਿਲਾਂ ਛੋਟੀਆਂ ਹੋਣੀਆਂ ਪ੍ਰਵਾਨ ਨਹੀਂ ਕੀਤੀਆਂ, ਛੋਟਾ-ਛੋਟਾ ਕੁਝ ਹੈ ਉਹ ਤੇ ਪ੍ਰਵਾਨ ਨਹੀਂ ਕੀਤਾ ਕਦੀ, ਤੇ ਵੱਡੀ ਹੋਣੀ ਨੂੰ ਕੌਣ ਪ੍ਰਵਾਨ ਕਰੇਗਾ? ਵੱਡੇ ਭਾਣੇ ਨੂੰ ਕੌਣ ਪ੍ਰਵਾਨ ਕਰੇਗਾ? ਉਹ ਤੇ ਭਾਣਾ ਬਹੁਤ ਵੱਡਾ ਹੈ ਕਿ ਕਿਸੇ ਸਰੀਰ ਦੇ ਨਾਲ ਇੰਨੇ ਸਾਲ ਰਹੇ ਤੇ ਉਹ ਚਲਾ ਗਿਆ। ਉਹ ਇੱਕ ਬੜੀ ਵੱਡੀ ਚੋਟ ਸੀ, ਪਰ ਉਹਦੇ ਤੋਂ ਪਹਿਲਾਂ ਹੋਰ ਵੀ ਹੋਣੀਆਂ ਨੇ ਜਿਨ੍ਹਾਂ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ। ਬੰਦਾ ਦਿਨ ਰਾਤ ਪਰਮਾਤਮਾ ਦੇ ਉਲਟ ਚੱਲਦਾ ਹੈ। ਕਿਸੇ ਨੇ ਕਿਹਾ ਦੁੱਖ ਕੀ ਏ? ਬੰਦੇ ਦੀ ਖੋਜ ਹੀ ਦੁੱਖ ਨੂੰ ਮਿਟਾਉਣ ਵਿੱਚ ਹੈ। ਦਿਨ ਰਾਤ ਦੁੱਖ ਤੋਂ ਬਚਣ ਵਿੱਚ ਯਤਨਸ਼ੀਲ ਹਾਂ ਅਸੀਂ। ਸਾਡੀਆਂ ਸਾਰੀਆਂ ਪੂਜਾਵਾਂ ਤੇ ਪਾਠ ਤੇ ਯਾਤਰਾਵਾਂ ਤੇ ਸਭ ਕੁਝ ਕਾਹਦੇ ਵਾਸਤੇ ਹੈ? ਉਹਦੇ ਪਿੱਛੇ ਕੀ ਛੁਪਿਆ? ਉਹਦੇ ਪਿੱਛੇ ਲੁਕੀ ਹੋਈ ਇੱਕ ਧਾਰਨਾ। ਜੋ ਵੀ ਧਰਮ ਦਾ ਕੰਮ ਕੀਤਾ ਜਾਂਦਾ ਹੈ, ਭਾਵੇਂ ਕਿ ਕੋਈ ਟੈਸਟ ਹੈ ਤੇ ਬੰਦਾ ਦੌੜ ਕੇ ਮੰਦਰ ਗੁਰਦੁਆਰੇ ਵਿੱਚ ਜਾਂਦਾ ਹੈ, ਗੁਰੂ ਨੂੰ ਕਹੀਏ ਕਿ ਪਾਸ ਹੋ ਜਾਈਏ, ਕਲੀਅਰ ਹੋ ਜਾਏ, ਇਹਦੇ ਪਿੱਛੇ ਵੀ ਕੀ ਹੈ? ਆਦਮੀ ਦੇ ਫੇਲ ਹੋਣ ਦੀ ਸੰਭਾਵਨਾ ਹੈ। ਤੇ ਫੇਲ ਹੋਣ ਦੀ, ਫੇਲ ਕੀ ਚੀਜ਼ ਹੈ? ਹੋਰ ਤੇ ਕੁਝ ਵੀ ਨਹੀਂ। ਦੁੱਖ ਹੈ, ਨਾ ਕਾਮਯਾਬੀ ਹੈ, ਚਿੰਤਾ ਆ ਜਾਏਗੀ, ਝੋਰਾ ਆ ਜਾਏਗਾ। ਕਿਉਂ ਦੌੜਦਾ, ਕਿਉਂ ਭੱਜਦਾ ਹੈ? ਦੁੱਖ ਤੋਂ ਬਚਣ ਲਈ, ਦੁੱਖ ਤੋਂ ਬਚਣਾ ਚਾਹੁੰਦਾ ਹੈ। ਸਤਿਗੁਰੂ ਨੇ ਉਸ ਚੀਜ਼ ਨੂੰ ਇੱਥੇ ਟੁੰਬਿਆ। ਦੁੱਖ ਕਾਹਦਾ ਹੈ? ਦੁੱਖ ਹੈ ਉਹ ਵਾਪਰਦਾ ਜੋ ਅਸੀਂ ਨਹੀਂ ਚਾਹੁੰਦੇ, ਤੇ ਆਦਮੀ ਪਰਮਾਤਮਾ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ, ਉਹਦਾ ਵਿਰੋਧੀ ਹੋ ਜਾਂਦਾ ਹੈ ਦਿਨ ਰਾਤ। ਬਾਹਰੋਂ ਠੀਕ ਹੈ, ਅੰਦਰੋਂ ਤੇ ਅਸੀਂ ਲੜੀ ਜਾਂਦੇ ਹਾਂ ਉਹਦੇ ਨਾਲ, ਅੰਦਰੋਂ ਅਸੀਂ ਝਗੜਦੇ ਹਾਂ। ਕਿਸੇ ਸਰੀਰ ਦੀ ਇਹ ਕਹਾਣੀ ਮੇਰੀ ਜ਼ਿੰਦਗੀ ਵਿੱਚ ਸਾਹਮਣੇ ਆਈ, ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ ਕਿ ਉਹ ਜਦੋਂ ਪਾਠ ਕਰਦੇ ਨੇ ਜਾਂ ਸਿਮਰਨ ਕਰਦੇ ਨੇ, ਚਿੱਤ ਕਰਦਾ ਗੁਰੂ ਗ੍ਰੰਥ ਸਾਹਿਬ ਨਾਲ ਖੜੇ ਹੋ ਕੇ ਲੜਾਂ, ਚਿੱਤ ਕਰਦਾ ਗੁਰੂ ਗ੍ਰੰਥ ਸਾਹਿਬ ਨਾਲ ਖੜੇ ਹੋ ਕੇ ਲੜੀ ਜਾਵਾਂ। ਮੈਂ ਸੋਚਿਆ ਵੀ ਹੁਣ ਇਹ ਕੀ ਹੋ ਸਕਦਾ ਹੈ? ਇਹ ਇੱਕ ਸਰੀਰ ਹੈ ਜਿਹਦੇ ਵਿੱਚ ਉਹ ਲੜਾਈ ਪ੍ਰਗਟ ਹੋ ਗਈ ਹੈ। ਉਹਨੇ ਦੱਸ ਦਿੱਤਾ ਉਹ ਸਰੀਰ ਇਮਾਨਦਾਰ ਹੈ। ਉਹਨੇ ਆਪਣੀ ਸਥਿਤੀ ਬਾਹਰ ਦੱਸ ਦਿੱਤੀ ਕਿ ਮੈਂ ਗੁਰੂ ਨਾਲ ਲੜਦਾ,
मेरा विरोध है गुरु नाल, वो शरीर ईमानदार है, ਉਹਦਾ इलाज भी हो जाएगा, ਉਹਦੀ लड़ाई भी खत्म हो जाएगी। पर असी गुप्त तौर ते लड़ी जाने गुरु नाल, असी प्रगट नहीं होण देंदे। बाहरों ते कहने जो कुछ तू करना ठीक है, असी ਉਹਨੂੰ प्रगट नहीं होण देंदे। अंदर अंदर किते बहुत वड्डा युद्ध है परमात्मा दे नाल, बहुत वड्डी लड़ाई है ਉਹਦੇ नाल है। बस गुरमुख ਉਹਨੂੰ ਕਹਿੰਦੇ ने जिन्हें उस झगड़े दा मूँह फेर दिता। असी परमात्मा नाल झगड़दे हाँ। झगड़ा की है? जो कुछ तू दिता है वो ठीक नहीं, ये गलत दिता है तू, सानू होर चाहिदा है। जो कुछ तू दिता है ठीक नहीं, तो झगड़ा साडा। इसे झगड़े विच असी उहदे नाल निरंतर इस झगड़े नूं नाल लै के ही पाठ करने आ। फिर कहने साडा मन नहीं टिकदा। इस झगड़े नूं विच खिच के ही असी सेवा करने आ। इस झगड़े नूं नाल लै के असी धर्म कमाउने आ। झगड़ा ते अंदर है, असी सहमत ही नहीं परमात्मा दे नाल। छोटियां घटनावां नाल भी सहमत नहीं। छोटा जिहा कुछ वापर जाए, छोटा जिहा कुछ जो असी चाहिए वो ना हो जाए, छोटी छोटी घटना है। ये सीखना है जीवन दे विच, ये जानना है चंगी तरह, क्योंकि धर्म की कल्पना किसे आकाश तो पार कर दी जाती है। ना उत्थे बंदा पहुंचता, ना धर्म ही हुंदा। धर्म ते इत्थे है सामने बिल्कुल। उदाहरण के तौर पर बंदे ने सफ़र करना है, गड्डी 5 मिनट लेट हो गई, अंदर तिल मिला गया, अंदर दुखी हो गया, बेचैन हो गया। ये भी तो एक झगड़ा, मन की विखेपता शुरू हो गई। हर एक व्यक्ति दूजे नूं अपने अनुसार चलाउणा चाहुंदा है। उहदा दुख इत्थों शुरू हो गया। वो चाहुंदा कि हर एक घटना जिहड़ी है जिवें मैं उकरी है मन विच, जिवें बनाई है उस तरह परिवार विच सारिआं नूं उस तरह करना चाहिए, जिवें मैं कहना उस तरह होना चाहिए। ये तो दुख है सब तो वड्डा। गुरु साहब ने इनू तोड़िया है। गुरु दुख नूं तोड़दा, गुरु मर्जी नूं तोड़दा है। मर्जी नूं तोड़ना ही दुख नूं तोड़ना है। इस करके गुरु रामदास जी नूं गुरु अमरदास जी कहंदे ने तू थड़ा ठीक नहीं बनाया। कई दिन बनाउंदे रहे, कई दिन थड़े तैयार कीते। गुरु अमरदास महाराज जाते रहे, कहंदे ने ठीक नहीं बनाया, ठीक नहीं बनाया। थड़े ते ठीक सन, अंदरली उस होंद नूं तोड़ना सी जिहड़ी ये कहंदी है कि मैं जिवें थड़ा बनाया ये ठीक है। उस होंद नूं, उस मैं नूं, उस हंकार नूं भंनना सी, क्योंकि वो ही तां दुख है, उहदे विच दुख लुक के बैठा होया है। उहनूं तोड़दे गए। बंदे दी होंद ते बड़ी तकड़ी है। उहदे साध संगत जे एक वस्त्र दै गुरु नूं, उहदे पिछे भी उहदी होंद यही काम करदी है। ये किते पूरी तरह मेरे दिती हुई चीज़ नूं पूरी तरह उस्तत विच लिआंदा जाए, वडियाई विच लिआंदा जाए। बंदा तो एक भोजन भी तैयार करता है, उस भोजन विच थोड़ा जिहा तुसीं नुक्स कढ दिओ, उत्थे ही उहदा हंकार टुटेगा ते नाल ही दुख शुरू हो जाएगा। हंकार आदमी दी खुराक है। वो चाहुंदा है जो मैं करना उसनूं टिक मार कीता जाए, उसनूं ठीक किया जाए। यही उहदी जिंदगी दा रोग है। सच्चे पातशाह ने कहा जो कुछ तू करना है करी चल, यतन कर, पर कदी ये ना जोर पाई कुदरत दे उत्ते, परमात्मा ते, कि जो कुछ मैं कीता है इसे तरह ही होना चाहिए है। हो उहदे उल्ट भी सकता है। जिदन ये समझ आ गई दुख दा उत्थे थां ही कोई नहीं है। दुख उथों टुट गया, चिंता उथों खत्म हो गई। इस करके सतगुरु ने एक बहुत वड्डा सूत्र, बहुत वड्डा तरीका साडे हथ विच दिता है। ते सूत्र असी समझते नहीं। सूत्र तो बिना कोई कंध सीधी नहीं हो सकती। जिन्ने मकान बने ने, ध्यान दिओ, सूत्रां नूं याद रखण दी लोड़ नहीं हुंदी। अज इत्थे कोई सूत्र नहीं दिसदा। अज इत्थे सुंदर मकान है, पर जदों ये मकान घड़िया गया सी, बनाया गया सी, कंध तैयार की गई, तो हर एक वार तो बाद सूत्र बदलना पिया। लोग कहंदे ने विचार दी की लोड़ है, ते गल्लां ही ने ना। असी एक विचार दे पिछे लग जाने आ। असी कह देने आ गल्ली जोग ना होई, एक दृष्ट कर समसर जाणै। जोगी कहिए
सोई। हाँ ये गल पक्की है, जे कोई बंदा दृष्टि सम कर लवे उन्होंने गल्लां दी लोड़ नहीं, पर दृष्टि है जे सम नहीं हुई तो गल्लां कहंदा छड्ड दिओ, लोड़ ही कोई नहीं, तो बेईमानी है। ये तो बेईमानी। जेड़ा आदमी पहुंच गया जेड़ा सिरे लग गया उन्होंने तो विचार की लोड़ कोई नहीं है, उन्होंने कोई जरूरत नहीं। पर जेड़ा अजे तुरिया भी नहीं वो कहंदा मैनू भी विचार की लोड़ कोई नहीं है। सूत्र ने गुरु ग्रंथ साहिब जी दे विच विचारां दित्तियां गईयां ने, हिसाब किताब दिते गए ने, ते बंदे कोल तरीका इक्को है गुरु दे विचारां तो बचन दा, वो कवे विचार करनी ही नहीं चाहिए। इस करके बड़े बड़े वड्डे धार्मिक बंदे ये सोचते ने कथा की लोड़ ही नहीं है, विचार की लोड़ ही कोई नहीं है, कीर्तन ठीक है बस कला, विचारां की लोड़ ही नहीं। क्योंकि विचार बंदे दे हंकार नूं तोड़दे ने, कल्ले संसारी हंकार नूं नहीं तोड़दे। विचार जदों चलदी बंदे दे धार्मिक हंकार नूं भी तोड़दी है। इस करके इनकार कर दिंदा, हंकार कह दिंदा दी लोड़ ही नहीं है, बस कला तुसी गाई जाओ, कला ये जपी चलो, बस ये बहुत है। तां ये जिहड़ा है सूत्र तो बिना कंध सिद्धी नहीं। हर एक वार दे उत्ते जदों एक वार इटां दा लगदा है तां मिस्त्री नूं, कारीगर नूं सूत्र फिर तब्दील करना पैंदा, फिर बदलना पैंदा है। उत्थे लगा होया सूत्र दूजे वार नूं काम नहीं देंदा। तां गुरु ग्रंथ साहिब पातशाह दे विच ज्ञान ते इक्को ही सी, बस एक रब है, उहदे नाल जुड़ो, दूसरी ते गल ही कोई नहीं। गुरु साहिब दा प्रयोजन ये तां इक्को अंक ते भी नहीं, सिर्फ 2 इंच थां दे उत्ते गुरु साहिब दे सकदे सन। एक है परमात्मा, तू उहदे नाल जुड़, होर तां कोई सूत्र है ही नहीं सी। पर 1430 अंग इन्ने लंबे ज्ञान ते वार वार कई ऐसे सूत्रां नूं, ऐसे विचारां नूं दोहराया क्यों गया है? असीं कई बारी कहने इत्थे भी वही शब्द, अगे भी वही शब्द, फिर वही शब्द। सूत्र वार वार खोल के अगे बंधना पैंदा है, तां कंधां सिद्धियां हुंदियां ने। धर्म की दुनिया में असीं मकान बनाई जाने, सूत्र कोल ही नहीं है। कोई कंध इट इधर दी टिकी, कोई दूसरे दी, कोई टेढ़ी, कोई इधर नूं है, किते तरतीब नहीं दिती जीवन। तां ये है सूत्र दुख नूं दूर करन दा, इनू समझना अत जरूरी है। साहब कहंदे सब तो पहला चिंता नूं खत्म करन दा इक्को ही तरीका है कि जो कुछ तेरी जिंदगी विच हो रहा है उन्हों खुशी खुशी प्रवान करन दी जाच सिख। ढल जा उहदे अगे, निभ जा उहदे अगे, जिंदगी दे नाल वहण दी जाच सिख लै। जो कुछ पिछे वापरिया वो उस तरह वापरना ही सी। तां इहदे विचों की मिटेगा? पछतावा। पछतावा किहड़ी चीज़ दा सानू? क्योंकि दुख छड्डना बंदा चाहुंदा, जिन्ना चिर मैं गल कीती समझदा नहीं। पिछली जिंदगी दे विच जो कुछ वापरिया है, पछतावा तो इसी चीज़ दा भी इस तरह नहीं सी होना चाहिए। क्यों होया इस तरह? ये क्यों होया? और ये भी सच है, साध संगत जो कुछ पिछे वापर चुका है उन्होंने ते तब्दील करन दा कोई साधन भी नहीं, पर बंदा फिर भी ओदी विचारां दे विच फसिया रहिंदा है। ये क्यों होया? चलो ये तां थोड़ा जिहा आपां सोच सकने आ भी अगों जो होवे वो इस तरह करना है। संभावना तो है ना, समा भी है अपने कोल आउण वाला समा कि उहदे विच असीं सोच सकने कुछ ना कुछ इस तरह ना होवे, इस तरह हो जाए, उहदे बारे तो सोचा जा सकता है। पर साडी जिंदगी दा एक ऐसा दुख जिहदा कोई भी सिर पैर नहीं, वो ये है भी अज तो 20-30 साल जो पहला होया वो होया क्यों? क्योंकि उन्होंने तो हुण सीधा ही नहीं कर सकते, तो निकल ही गया। पर बंदा जिउंदा है। संसारी बंदे दे मन नूं वेख्या जाए ते साडा मन अतीत विच जिउंदा बहुता। अतीत विच जां भविख विच 3 प्रकार दे समय ने। ये भी चीज़ां थोड़ियां जिहियां समझणियां चाहीदियां ने। शायद आप जी नूं एक इस तरह लगे भी कथा तो हुंदी ही नहीं है, क्योंकि ये चीज़ां गुरु ग्रंथ साहिब दे विच हैन।
पर इन्हां दी व्याख्या बड़ी घट की गई है। व्याख्यावां भी रट लईआं गईआं ने ते लोकां नूं रटा दित्तियां गईआं ने, याद करा दित्तियां गईआं ने। इस तरह हो गया है। पर यह व्याख्या है बंदे दा मन दो अवस्थावां विच जिउंदा है निरंतर, जां ते अतीत विच, अतीत दा मतलब जो लंघ चुका है ਉਹਦੇ ਵਿੱਚ ਰਹਿੰਦਾ ਹੈ, ਜਾਂ ਭਵਿੱਖ ਵਿੱਚ ਰਹਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਔਰ ਇਹ ਦੋਵੇਂ ਹੀ ਕਾਰਨ ਨੇ ਜਿਹਦੇ ਕਰਕੇ ਇਸ ਦੇਸ਼ ਦੇ ਵਿੱਚ ਬੰਦਾ ਭਵਿੱਖ ਵਿੱਚ ਜਿਉਂਦਾ ਹੈ ਤੇ ਅਤੀਤ ਵਿੱਚ ਕੀ ਨਿਸ਼ਾਨੀ ਹੈ। ਇਹ ਦੇਸ਼ ਜੋਤਿਸ਼ ਦਾ ਸ਼ਿਕਾਰ ਹੋਇਆ ਹੈ। ਜੋਤਸ਼ੀਆਂ ਦਾ ਸ਼ਿਕਾਰ ਕਿਉਂ ਹੋਇਆ? ਵੈਸੇ ਜੋਤਿਸ਼ ਇੱਕ ਵਿਦਿਆ ਹੈ, ਆਮ ਬੰਦਾ ਵੀ ਸਿੱਖ ਸਕਦਾ ਹੈ। गुरु साहिब दे विरोध विच नहीं, ख्याल रखना विद्या है। इस करके विरोध विच नहीं कि दूजे धर्म की ज्योतिष वैसे किसी धर्म की विद्या नहीं है, वो सिर्फ विद्या है, वो सिर्फ विज्ञान है कला। पर गुरु साहिब उहदे विरोध विच क्यों ने? क्योंकि ज्योतिष वर्तमान की गल नहीं करता, ज्योतिष भविख की गल करता है कि अगले साल ये हो जाएगा, तुहानूं अगले साल ये हो जाएगा, उस तो अगले साल ये हो सकता। तुहाडीआं लकीरां ये इशारा करदियां ने, ये भविख वल खिच के लै गई विद्या। बंदा वर्तमान विचों ते निकल गया ते एक दूजा ज्ञान जिहड़ा अतीत लंघे हुए समय बारे असीं सोचते रहने। जिहड़ा समा लंघिया होया है उहनूं तोलदे रहना पछतावे नूं जन्म दिंदा है, पछतावे नूं जन्म दिंदा है कि कर लेना सी, क्यों नहीं कीता, गलत कर लिया। वो व्यक्ति पछतावे विच रहिंदा है ते पछतावे विच ओहदी जीवन की शक्ति वहनी शुरू हो जाती, चोणी शुरू, वर्तमान विच काम करन दी समर्था ओहदी घट जाती है। जिहड़ा व्यक्ति पिछले समय बारे सोचता रहेगा वो पछतावे विच चला जाएगा ते पछतावे दे राहीं जीवन की मन की जिहड़ी ताकत है, एनर्जी है, वो वेस्ट होनी शुरू हो जाएगी। जिहड़ी ताकत नाल असीं अज काम करना सी, हुण काम करना सी, ਉਹਦੇ ਵਿੱਚ ਨਿਕਲ ਜਾएगी, सारी खत्म हो जाएगी। पछतावा ਉਹਨੂੰ खत्म कर देगा, थोथा कर देगा जीवन। ਤਾਂ ਸਭ ਤੋਂ ਪਹਿਲਾਂ ਸਤਿਗੁਰੂ ਨੇ ਇਹ ਸਿਧਾਂਤ ਦਿੱਤਾ ਹੈ ਕਿ ਤੂੰ ਵਰਤਮਾਨ ਵਿੱਚ ਜਿਉਂ, ਅੱਜ ਵਿੱਚ ਜਿਉਂ, ਹੁਣ ਵਿੱਚ ਜਿਉਂ। ਜਦੋਂ ਇਹ ਸ਼ਬਦ ਕਹੇ ਨੇ ਉਹਦਾ ਅਰਥ ਹੈ ਤੂੰ ਪਿੱਛੇ ਨਾ ਜਾ, ਪਿੱਛੇ ਨਾ ਤੂੰ ਰਸ ਲੈ, ਉਹਦੇ ਵਿੱਚੋਂ ਤੂੰ ਅੱਗੇ ਨਿਕਲ। और इस बीमारी नूं हटाउण वास्ते कि बंदा बीते हुए काल विच, बीते हुए समय विच जिउंदा है। धर्म की दुनिया विच सतगुरु ने एक उपराला कर दिता। वो उपराला सी भी इहनूं बीते समय विचों कढना सौखा नहीं, सदियां तो ये पिछे जिउंदा रहा। इहदा तरीका इक्को है, इसनूं बीते हुए काल दीआं ओह घटनावां दसियां जाण ਜਿਹੜੀਆਂ ਰੱਬ ਦੇ ਪਿਆਰਿਆਂ ਦੇ ਜੀਵਨ ਵਿੱਚ ਵਾਪਰੀਆਂ ਨੇ। ਤਵਾਰੀਖ ਤਾਂ ਦਿੱਤੀ ਗਈ, ਇਤਿਹਾਸ ਤਾਂ ਦਿੱਤਾ ਗਿਆ। ਉਹਨਾਂ ਦੀ ਗੱਲ ਸੁਣ ਜਿਨ੍ਹਾਂ ਨੇ ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਵਣਜਾਰੇ। ਉਹਨਾਂ ਬਾਰੇ ਸੋਚ ਜਿਨ੍ਹਾਂ ਨੇ ਜੀਵਨ ਜਿੱਤ ਲਿਆ ਹੈ, ਪਿਛਲੇ ਹੋ ਕੇ ਗੁਜ਼ਰੇ ਨੇ 100 200 400 500 ਸਾਲ। ਉਹਨਾਂ ਬਾਰੇ ਸੋਚ, ਉਹਨਾਂ ਵੱਲ ਵੇਖ, ਉਹਨਾਂ ਦੀ याद कर। एक तो तेरे मन की खुराक पूरी हो जाएगी कि बीते हुए समय विच जिउंदा। दूजा तैनूं ਉਹਦੇ ਵਿੱਚੋਂ ताकत मिलेगी, ਉਹਨਾਂ ਦੀ जिंदगी ਵਿੱਚੋਂ कई प्रकार की शक्ति मिल जाएगी, बहुत वड्डा सहारा मिल जाएगा और तेरी सोच उच्ची होनी शुरू हो जाएगी, उत्थों ताकत मिलेगी। इस करके जे बीते हुए समय विच भी जिउणा है तो ਉਹਨਾਂ ਦੇ ਨਾਲ ਜਿਉਣਾ ਚਾਹੀਦਾ ਜਿਹੜੇ बीते समय विच ऐसे शख्सियतां होईयां ने, गुरु साहिबान होए ने, उन्हां दे अगों गुरमुख प्यारे होए ने, रब दे प्यारे होए ने, भगत जन। जदों असीं उन्हां दे जीवन दीयां घटनावां सुणांगे तां उन्हां दे जीवन दीयां घटनावां सानूं ताकत देणगीआं, ताकत गवाचेगी नहीं। इस तरह बंदा पछतावे तो बचदा है ते भविख विच जिहड़ा मनुख जिउंदा है लगातार आउण वाले समय बारे निरंतर ही सोची जाता है। वो साध संगत चिंता का शिकार होता है, वो चिंता विच फस जाता है, कल नूं की होवेगा, अगले साल की होवेगा।
इस तरह की होवेगा। फिर सहजे सहजे वो ठीक ते गलत दोवें ढंग वरतन लग पैंदा है कि जो मैं चाहुंदा उस तरह हो जाए, उसे तरह ही वापरे। फिर योग ते अयोग दोवें तरीके वरतदा है। यतन करना माड़ा नहीं साध संगत जिंदगी विच, किसी भी मार्ग ते तुरन वास्ते यतनशील होना गलत नहीं है। पर सतगुरु ने जिहड़ा सानू दात दिती, कहन लगे यतन कर, तरीका योग होना चाहिए। वेखी किते तू अपने मन की बनाई हुई धारणा नू पूरी तरह संसार विच लागू कराउण वास्ते किते ओ ना होवे भी गुरु दा भय ही छड्ड दे, फिर तेरे यतन पाप हो जाणगे, फिर तेरे यतन पाप विच बदल जाणगे। इस करके भविख दी गल किवें बंदा सोचे, भविख विच उसारू सोच ये है कि उहदे विच सतगुरु ने कहा तू सरबत दा भला मंग। जदों तू सरबत दा भला मंगेगा भविख तेरा आपे सवर जाएगा, ठीक हो जाएगा। सारियां दा भला मंग ते उन्हां दा भी भला मंग जो तेरा बुरा सोच रहे ने, उन्हां दा भविख बहुत सुंदर हो जाता है। उन्हां दा आउण वाला समा बड़े, मैं गल कर रहा सी अज दी विचार विच इसे ते आपां रवांगे। सूत्र दिते ने गुरु ग्रंथ साहिब दे विच, तरीके बिल्कुल साफ साफ दसे गए ने। असीं उन्हां नूं जिंदगी दे विच लागू करना है कि नहीं करना, ये साडी अपनी जिंदगी दा विषय है कि असीं सारा कुछ सुट के जिउणा है कि आपे हो जाएगा। कुछ चीज़ां आदमी नहीं करनियां ने, उन्हें खुद करनियां ने, बिल्कुल सच है। ये कोई हंकार नहीं। गुरु ग्रंथ साहिब कहंदे ने तू कर। जदों कहंदे ने भी तेरे हत्थां हथ दिते ने तेनू, आपन हथी अपना आपे ही काज सवारिया, ते ये गल जरूर कहंदे ने काम तू कर सिख मेरे तो, मैं तेनू सहारा भी दे दियांगा। जिथे तेरे हथ गलत जान लगणगे फड़ के सीधे भी कर दियांगा। ये दिती सी सतगुरां ने सानू रवायत। हजूर ने क्या हथ तेरे, आ एक बड़ा सोहना सिद्धांत दिता है कि गुरुआं ने, सतगुरु कलगीधर पातशाह ने कई सिखां नूं क्या लंगर चला, बाबा निधान सिंह जी नूं हजूर साहिब विच क्या, होर भी सिखां नूं क्या। उन्होंने कहा महाराज मैं किवें करांगा, मेरे विच किहड़ी समर्थ है। ते सतगुरां ने बचन कह दिता, कहन लगे खीसा मेरा होवेगा, हथ तेरा होवेगा। वरती तू, दात मेरी होवेगी, मेरी जेब विचों कढ के वरत लई, लंगर ला लई, सब कुछ कर लई। हुण इस चीज नूं समझना, कलियां साखियां नहीं। ਇਹਦੇ ਵਿੱਚ कह रहे ने सिखा भंडारा ते मैं ही तेनू देंगा। गुरु ग्रंथ साहिब महाराज कहते ने रत्ना रतन पदार्थ बहु सागर भरिया राम, बाणी गुरबाणी लागे तिन हथ चढ़िया राम। गुरु ग्रंथ साहिब महाराज कहते ने भंडार मेरा, पर सिखा हथ ते तू चुकेगा तां ही है, वरताएगा ते तू ही जिंदगी दे विच। तू कवें भी भंडारा तेरे सामने प्यार रवे, वो किवें होवेगा। दीवे 50 बाल दिओ, अख नहीं बंदा खोलदा, दीवे की करनगे। उहदी अख दे उत्ते भी ला दिओ दीवा जाके, तां भी कुछ नहीं करेगा। अख खोलन लई बंदा तैयार ही नहीं। वो कहेगा मैं अख नहीं खोलनी, दीवे बालो ते राह दिसेगा। किवें हो सकदा है। गुरु नानक सच्चे पातशाह ने कहा कि अंधे चांदन रखी है, दीवे बलें 50 दीवे बाल दिओ, बंदा अख नहीं खोलदा पिया। इसलिए सानू इस गल नूं चंगी तरह जान लेना चाहिए। दीवे तो बिना दिसदा नहीं, गुरु तो बिना मार्ग कोई नहीं लभदा। पर नाल ये भी वेखना चाहिए, जिन्हें तुरना है अख ते उन्हें खुलनी है, तां दिसेगा। दीवे ने काम तां ही देना है, दीवे ने तां कारज करना है। तां बेनती जिहड़ी कर रहा सी साध संगत, इस बाणी दे विच सतगुरु ने सूत्र दिता, कहंदे चिंता ना कर। चिंता कादी बंदा करदा है कि जो कुछ अगे आ रहा है उस समय दे विच मेरे अनुकूल होवेगा कि प्रतिकूल होवेगा। अनुकूल दा मतलब जो मैं चाहुंदा, प्रतिकूल दा मतलब जो मैं नहीं चाहुंदा, उस तरह हो गया।
ਕਹਿੰਦੇ ਚਿੰਤਾ ਇਹ ਨਾ ਕਰ, ਬ੍ਰਹਿਮੰਡ ਦੇ ਵਿੱਚ ਇੱਕ ਬੜੀ ਮਹਾਂ ਸ਼ਕਤੀ ਕੰਮ ਕਰ ਰਹੀ ਹੈ, ਪਰਮਾਤਮਾ ਦੀ ਤਾਕਤ। ਤੂੰ ਉਹਦੀ ਸੁਰ ਦੇ ਨਾਲ ਸੁਰ ਮਿਲਾ ਲੈ। ਆ ਸੁਰਜਨ ਕਹਿੰਦੇ ਦੇਵਤਿਆਂ ਨੂੰ, ਸੁਰਜਨ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਸੁਰ ਕਿਹਨੂੰ ਕਹਿੰਦੇ ਨੇ, ਅਸੁਰ ਕਿਹਨੂੰ ਕਹਿੰਦੇ ਨੇ? ਦੋ ਸ਼ਬਦ ਨੇ, ਸੁਰ ਤੇ ਅਸੁਰ। ਅਸੁਰ ਦਾ ਅਰਥ ਹੈ ਦੈਂਤ, ਦਾਨਵ। ਸੁਰ ਦਾ ਅਰਥ ਕੀਤਾ ਦੇਵਤੇ, ਸੁਰ ਨਰ, ਤੇ ਅਸੁਰ ਦਾ ਮਤਲਬ ਦੈਂਤ। ਸੁਰ ਦੇ ਅੱਖਰੀ ਅਰਥ ਕੀ ਨੇ? ਆਪਾਂ ਕਹਿੰਦੇ ਆ ਵੀ ਰਾਗੀ ਸਿੰਘ ਕੀਰਤਨ ਕਰਨ ਲੱਗੇ ਨੇ, ਆਪਣੇ ਸਾਜ਼ ਸੁਰ ਕਰ ਰਹੇ ਨੇ। ਸੁਰ ਦਾ ਅਰਥ ਕੀ ਹੈ? ਸੁਰ ਦਾ ਅਰਥ ਹੈ ਤਬਲੇ ਵਾਲਾ ਹਾਰਮੋਨੀਅਮ ਦੇ ਨਾਲ ਆਪਣੀ ਸੁਰ ਨੂੰ ਮਿਲਾ ਰਿਹਾ ਹੈ, ਵੀ ਮੈਂ ਵੱਖਰਾ ਨਾ ਚਲਾ ਜਾ ਕਿਤੇ ਜਦੋਂ ਵਜਾਉਣਾ। ਜਦੋਂ ਸ਼ਬਦ ਇੱਕ ਪੜ੍ਹਿਆ ਜਾਂਦਾ ਤੇ ਪਰਤ ਕੇ ਸ਼ਬਦ ਬਦਲਦਾ, ਉਦੋਂ ਵੀ ਉਹਨਾਂ ਨੂੰ ਸੁਰ ਮਿਲਾਉਣੀ ਪੈਂਦੀ ਹੈ ਇੱਕ ਵਾਰੀ। ਫਿਰ ਤਬਲੇ ਵਾਲੇ ਨੂੰ, ਜੋੜੀ ਵਾਲੇ ਨੂੰ ਹਾਰਮੋਨੀਅਮ ਦੇ ਨਾਲ ਸੁਰ ਮਿਲਾਉਣੀ ਪੈਂਦੀ ਹੈ, ਕਿਉਂਕਿ ਜੇ ਉਹ ਸੁਰ ਤੋਂ ਬਾਹਰ ਵੱਖਰੇ ਵੱਖਰੇ ਤੁਰਨਗੇ ਤੇ ਉਹ ਕੀਰਤਨ ਨਹੀਂ ਹੋਵੇਗਾ, ਉਹਦੇ ਵਿੱਚ ਕੋਈ ਤਵੱਜਨ ਨਹੀਂ ਬਣੇਗਾ। ਸੁਰ ਦਾ ਮਤਲਬ ਹੈ ਜਿਸ ਬੰਦੇ ਨੇ ਆਪਣੇ ਮਨ ਦੀ ਸੁਰ ਪਰਮਾਤਮਾ ਦੀ ਸੁਰ ਦੇ ਨਾਲ ਮਿਲਾ ਲਈ ਹੈ, ਉਹਨੂੰ ਕਹਿੰਦੇ ਦੇਵਤਾ ਬਣ ਗਿਆ। ਇਹਦੀ ਸੁਰ ਮਿਲ ਗਈ ਪਰਮਾਤਮਾ ਨਾਲ, ਵੱਖਰਾ ਨਹੀਂ ਗਾਉਂਦਾ, ਉਹਦੀ ਵੱਖਰੀ ਕੋਈ ਧਾਰਨਾ ਨਹੀਂ ਹੈ। ਇਹ ਬੰਦਾ, ਆਪਾਂ ਇੱਥੇ ਬੈਠੇ ਹਾਂ, ਕੀ ਕਰ ਰਹੇ ਹਾਂ? ਆਪਾਂ ਇੱਥੇ ਜਿਵੇਂ ਜੋੜੀ ਵਾਲਾ ਸੁਰ ਮਿਲਾਉਂਦਾ ਨਾ, ਕਿੰਨਾ ਕਿੰਨਾ ਚਿਰ ਲੱਗ ਜਾਂਦਾ। ਜਿੰਨਾ ਉਹ ਵਿਅਕਤੀ ਕਾਰੀਗਰ ਹੋਵੇ ਉਹਨਾਂ ਤੇ ਜਲਦੀ ਮਿਲਾ ਲੈਂਦਾ ਉਸ ਤਬਲੇ ਨੂੰ। ਤੇ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਤਬਲੇ ਵਾਲਾ ਥੋੜਾ ਜਿਹਾ ਅਣਜਾਣ ਹੁੰਦਾ ਹੈ ਤੇ ਉਹਨੂੰ ਟਾਈਮ ਵੀ ਜ਼ਿਆਦਾ ਲੱਗ ਜਾਂਦਾ। ਕਈ ਵਾਰੀ ਤਾਂ ਇੱਥੋਂ ਤੱਕ ਹੋ ਜਾਂਦਾ ਵੀ ਜਿਹੜਾ ਵਿਚਕਾਰ ਹਾਰਮੋਨੀਅਮ ਵਾਲਾ ਜਿਹੜਾ ਮੱਧ ਵਿੱਚ ਬੈਠਾ ਹੈ, ਮੇਨ ਰਾਗੀ ਸਿੰਘ ਹੈ, ਉਹਨੂੰ ਆਪ ਤਬਲਾ ਫੜ ਕੇ ਜੋੜੀ ਨਾਲ ਸੁਰ ਕਰਨੀ ਪੈਂਦੀ ਹੈ। ਇਸ ਤਰ੍ਹਾਂ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਬਹਿੰਦੇ ਹਾਂ ਤਾਂ ਅਸੀਂ ਯਤਨ ਕਰ ਰਹੇ ਹਾਂ ਕਿ ਆਪਣੇ ਮਨ ਦੀ ਜਿਹੜੀ ਸਾਡੀ ਸਾਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸੁਰ ਹੋ ਜਾਏ। ਉਸ ਤਰ੍ਹਾਂ ਸਾਨੂੰ ਨਾਲ ਤੁਰਨਾ ਆ ਜਾਏ ਗੁਰਬਾਣੀ ਦੇ। ਤਾਂ ਜੇ ਨਾ ਹੋਵੇ ਤੇ ਜਦੋਂ ਅਸੀਂ ਬੈਠੇ ਹੋਵਾਂਗੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵੇਖ ਲੈਂਦੇ ਵੀ ਇਸ ਸਿੱਖ ਤੋਂ ਆਪਣੀ ਜਿਹੜੀ ਜ਼ਿੰਦਗੀ ਦਾ ਸਾਜ਼ ਹੈ ਪੂਰੀ ਤਰ੍ਹਾਂ ਮੇਰੇ ਨਾਲ ਸੁਰ ਨਹੀਂ ਹੋ ਰਿਹਾ, ਮਿਲ ਨਹੀਂ ਰਿਹਾ, ਤਾਂ ਉਦੋਂ ਕਿਰਪਾ ਕਰਕੇ ਸਿੱਖ ਦਾ ਮਨ ਫੜ ਕੇ ਕਈ ਵਾਰੀ ਆਪ ਵੀ ਸੁਰ ਕਰ ਦਿੰਦੇ ਨੇ। ਆਪ ਹੀ ਕਰਦੇ ਨੇ, ਬਹੁਤੀ ਵਾਰੀ ਆਪਾਂ ਤੋਂ ਤੇ ਹੁੰਦਾ ਹੀ ਨਹੀਂ, ਕਿਉਂਕਿ ਆਪਾਂ ਤੇ ਅਧੂਰੇ ਹੀ ਆ। ਕਰ ਦਿੰਦੇ ਨੇ ਸੁਰ, ਨਾਲ ਮਿਲਾ ਲੈਂਦੇ ਨੇ, ਫਿਰ ਸਿੱਖ ਬੇਸੁਰਾ ਨਹੀਂ ਰਹਿੰਦਾ। ਉਹਨੂੰ ਕੀਰਤਨ ਦੀ, ਉਹਨੂੰ ਗੁਰੂ ਦੇ ਨਾਲ ਗਾਉਣ ਦੀ ਜਾਚ ਆ ਜਾਂਦੀ ਹੈ। ਗੁਰੂ ਅਮਰਦਾਸ ਜਦੋਂ ਸਿੱਖ ਸਨ ਤੇ ਗੁਰੂ ਅੰਗਦ ਦੇਵ ਜੀ ਦੇ ਕੋਲ ਰਹੇ, ਇੱਕ ਦਿਨ ਗੁਰੂ ਅੰਗਦ ਦੇਵ ਜੀ ਦੇ ਨਾਲ ਤੁਰੇ ਜਾਂਦੇ ਨੇ। ਬਾਬਾ ਅਮਰਦਾਸ ਬਰਾਬਰ ਤੁਰਦੇ ਸਨ, ਪਹਿਲਾਂ ਪਿੱਛੇ ਤੁਰਦੇ ਸਨ। ਅੱਜ ਗੁਰੂ ਅਮਰਦਾਸ ਜੀ ਨੂੰ, ਬਾਬਾ ਅਮਰਦਾਸ ਜੀ ਨੂੰ ਕਿਹਾ ਗੁਰੂ ਅੰਗਦ ਦੇਵ ਜੀ ਨੇ, ਕਿਉਂਕਿ ਗੁਰੂ ਅੰਗਦ ਦੇਵ ਜੀ ਉਦੋਂ ਗੁਰੂ ਸਨ, ਬਾਬਾ ਅਮਰਦਾਸ ਜੀ ਸਿੱਖ ਸਨ ਤੇ ਪਿੱਛੇ ਤੁਰਦੇ ਸਨ ਬਾਬਾ ਅਮਰਦਾਸ। ਅੱਜ ਬਾਂਹ ਫੜ ਕੇ ਗੁਰੂ ਅੰਗਦ ਮਹਾਰਾਜ ਨੇ ਬਾਬੇ ਅਮਰਦਾਸ ਨੂੰ ਕਿਹਾ, ਮੇਰੇ ਬਰਾਬਰ ਤੁਰ, ਬਰਾਬਰ ਤੁਰ, ਬਰਾਬਰ ਤੋਰ ਦਿੱਤਾ। ਬਰਾਬਰ ਦਾ ਮਤਲਬ ਸੀ ਸੁਰ ਕਰ ਦਿੱਤਾ ਆਪਣੇ ਨਾਲ। ਕਹਿੰਦੇ ਮੇਰੇ ਕਦਮਾਂ ਨਾਲ ਕਦਮ ਮਿਲਾ ਕੇ ਤੁਰ, ਕਦਮਾਂ ਨਾਲ ਕਦਮ ਮਿਲਾ ਕੇ ਤੁਰ, ਜਿਵੇਂ ਮੈਂ ਬਾਹਾਂ ਕਰਨਾ ਉਸੇ ਤਰ੍ਹਾਂ ਤੁਰ, ਬਿਲਕੁਲ ਬਰਾਬਰ, ਕੋਈ ਵੱਖਰਾ ਨਾ ਹੋਵੇ, ਬੇਸੁਰ ਨਾ ਹੋਵੇ ਜੀਵਨ, ਸਾਰਾ ਨਿਯਮ ਵਿੱਚ ਆ ਜਾਏ। ਤੇ ਤੁਰਦਿਆਂ ਤੁਰਦਿਆਂ ਕਿਤੇ ਬਾਬੇ ਅਮਰਦਾਸ ਦੀ ਬਾਂਹ ਕਿਤੇ ਅੱਗੇ ਪਿੱਛੇ ਹੋ ਗਈ, ਥੋੜਾ ਜਿਹਾ ਅੱਗੇ ਨਿਕਲ ਗਈ। ਬਾਬੇ ਅਮਰਦਾਸ ਜੀ ਨੇ ਆਪਣੀ ਬਾਂਹ ਰੱਸੀ ਲੈ ਕੇ ਬੰਨ੍ਹ ਲਈ। ਕਹਿੰਦੇ ਇਸ ਬਾਂਹ ਨੂੰ ਕੱਢ ਦਿੱਤਾ ਜੀਵਨ ਵਿੱਚੋਂ, ਇਹਦੇ ਤੋਂ ਕੰਮ ਹੀ ਨਹੀਂ ਲੈਣਾ। ਪਤਾ ਲੱਗਾ ਗੁਰੂ ਅੰਗਦ ਦੇਵ ਜੀ ਨੂੰ, ਬੁਲਾ ਕੇ ਪੁੱਛਿਆ, ਪੁਰਖਾ ਬਾਂਹ ਕਿਉਂ ਬੰਨ੍ਹ ਦਿੱਤੀ? ਕਹਿਣ ਲੱਗੇ ਮਹਾਰਾਜ ਬੇਸੁਰੀ ਹੈ। ਬੇਸੁਰੀ ਕਿਉਂ ਹੈ? ਤੁਹਾਡੀ ਸੁਰ ਨਾਲ ਇਹਦੀ ਸੁਰ ਨਹੀਂ ਮਿਲਦੀ, ਤੁਹਾਡੇ ਤੋਂ ਅੱਗੇ ਨਿਕਲ ਗਈ, ਤੁਹਾਡੇ ਤੋਂ ਅੱਗੇ ਨਿਕਲ ਗਈ, ਇਸ ਲਈ ਇਹਨੂੰ ਬਾਹਰ ਕੱਢ ਦਿੱਤਾ ਜੀਵਨ, ਇਹਦੇ ਤੋਂ ਕੰਮ ਹੀ ਨਹੀਂ ਲੈਣਾ, ਬੰਦ ਕਰ ਦਿੱਤਾ। ਇਸ
हजूर ने कहा बिल्कुल ठीक है। सिख वो जिहड़ा गुरु नाल मिल के चले, सिख वो जिहड़ा गुरु ग्रंथ साहिब नाल मिल के चले। दैंत भी इत्थे ने, देवते भी इत्थे ने। दैंत दा मतलब है जिहड़ा अपने गुरु नाल मिल के नहीं चलदा, जिहड़ा परमात्मा दी मर्जी दे उल्टी खड़ा रहिंदा दिन रात, जिन्नू गुरु दे भाणे दी समझ ही नहीं आई। सिख दी ते व्याख्या ही ये कर दिती, सो सिख सखा दो शब्द ने। पहला सिख गुरु दा सिख हुंदा है, फिर सिख गुरु दा सखा हो जाता है। सिख तो सखा बनना है, फिर सखा तो बंधप बनना है, फिर भाई बनना है। असी अजकल कह ते देने आ जी भाई बनिया सी भाई साहब। हाँ जी, भाई दा मतलब है, भाई दी जिहड़ी गल है, जे कोई हुण ये चलदा भी कोई अपने नां दे नाल किते कोई ब्रह्म ज्ञानी ला दे, उहनूं कहिंदे भाई लाओ नाल। भाई बनना बहुत औखा है। पहला सिख बनदा, पहली अवस्था सिख दी। हाँ, कोई इन्हां नूं क्लीयर करदा है ते ओह है भाई, बिल्कुल बड़ी उच्ची पदवी है। पहला वो बनदा सिख, सिख बनदा है। सिख तो पहलियां भी स्टेजां हैं। सिख तो पहला सेवक बनदा है, सेवक तो पहला जग्यासू बनदा है। ये छोटियां छोटियां थावां ने जिन्हां विचों एक धार्मिक मनुख अगे विकास करदा है। ते क्लास ते वेखी नहीं किहड़ी विच पढ़ने, स्कूले गए सी बस, पता नहीं 10वीं विच के पहली विच बैठे हैं, पता ही नहीं असीं कित्थे जा रहे हैं, कित्थों शुरू कीता सी, कित्थे पहुंचना है, बस जा रहे हैं। तां सिख पहला बनदा ते सिख तो सिੱਖੀ कमाउंदियां कमाउंदियां फिर सिख तो बन जांदा सखा। सखा दा अर्थ हुंदा मित्र, दोस्त। गुरु दे इन्ने नेड़ा चला गया जिवें मित्र हुंदे ने, इकट्ठे बैठ के गल्लां करदे। सिख ते थोड़ा जिहा भै विच डरिया झकदा रहिंदा ना, ते जदों गुरु उहनूं वेख लैंदा भी हुण इह सिख है, ते हुण जे मैं इहनूं सखा बना लिया ते इहदा अदब इहदा खत्म नहीं होवेगा। क्योंकि बंदे दी एक आदत है, ये रिश्ता बनाए तो गुरु नूं कोई लोड़ नहीं सी भी अपने थल्ले बिठाउण दी, अपने पैर पुजवाउण दी, कोई जरूरत नहीं। पर एक बड़ी वड्डी बीमारी है, जे किसी नूं तुसी सीधा ही सखा बना लो, सीधा ही मित्र, दूसरे दिन आके गर्दन फड़ लैंदा। तुसी पवांदी बवो, मैं सरांदी बहना है, सीधा नाल बहिंदा आके। गुरु दी मजबूरी है कि पहला सिख बनाउणा, सखा फिर बनाउणा। नहीं तो गुरु नूं कोई लोड़ नहीं सिख बनाउण दी, वो चाहुंदा सीधा ही मित्र बना लई सारे संसार। पर बंदे दा करे कि थोड़ा जिहा तुसीं उहनूं पावर दिओ, थोड़ी जी खुल दिओ, दूजे दिन अगला चौर करवाउण नूं तैयार हो जांदा है। इस करके मजबूरी पहला सिख बना के चंगी तरह भंनना, उसनूं तोड़ना अंदरों उहदे हंकार नूं। फिर जदों सतगुरु वेख लैंदे भी हुण इह सिख नूं जे मैं अपना सखा बनावांगा ना, मित्र, ते इहदे विचों सिੱਖੀ वाले गुण खत्म नहीं होणगे, वो भी नाल ही रहणगे। सेवक वाले भी गुण रहणगे ते मित्र भी बन जाएगा। उदों उहनूं इजाजत दे दिंदा ते कह दिंदा मेरे नाल बैठ आके। हुण आपां मित्र हां, पर वो मित्र भी हुंदा है, खुल के गल भी कर लैंदा गुरु नाल, पर ਉਹਦੇ मन विच सिੱਖੀ भाव, सेवक भाव भी कायम रहिंदा है। वो खुली गल करन दी इजाजत लैके भी एक भावना विच रहिंदा है। गुरु ने कहा भी खालसा मेरो रूप है खास। गुरु गोबिंद सिंह महाराज ने कहा खालसा मेरा गुरु है। क्या ना सतगुरां ने, खालसा मेरा सतगुरु पूरा। हुण इहदा मतलब ये तो नहीं भी खालसा सिंघासन ला के बह जाए, क्या ही है ना। सिख दा फर्ज बनदा, गुरु ने सत्कार दिता, सत्कार दी दुरवरतों ना करे। गुरु ने सत्कार दे दिता, सिख दा काम नहीं कि हुण गुरु दे बराबर डट के बह जाए। वो कहेगा महाराज तुसी सत्कार दिता, मैं अयोग हाँ, तुसी किरपा कर दिती है, पर मैं इस सत्कार नूं मोड़दा भी नहीं, भजदा भी नहीं इहदे तों। ठीक है, भजना भी एक गुनाह है। मैं बेनती करा
ਨਿੰਦਿਆ ਤੋਂ ਭੱਜਣਾ ਵੀ ਗੁਨਾਹ ਹੈ, ਉਸਤਤ ਨੂੰ ਤੋਂ ਭੱਜਣਾ ਵੀ ਗੁਨਾਹ ਹੈ। ਅਸੀਂ ਉਸਤਤ ਤੋਂ ਕਿਉਂ ਘਬਰਾਉਂਦੇ ਹਾਂ? ਕਿਉਂਕਿ ਸਾਡੇ ਵਿੱਚ ਕਿਤੇ ਕੱਚਾਪਣ ਹੈ ਕਿ ਉਸਤਤ ਨਾਲ ਮੈਂ ਹੰਕਾਰੀ ਹੋ ਜਾਵਾਂਗਾ, ਮੇਰੀ ਉਸਤਤ ਹੋ ਰਹੀ ਹੈ। ਤਾਂ ਉਹ ਦੋਵਾਂ ਨੂੰ ਹਜਮ ਕਰ ਜਾਂਦਾ, ਉਸਤਤ ਨੂੰ ਵੀ, ਨਿੰਦਿਆ ਨੂੰ ਵੀ। ਤਾਂ ਫਿਰ ਸਿੱਖ ਬਰਾਬਰਤਾ ਭਾਵੇਂ ਆ ਜਾਏ, ਪਰ ਉਹ ਸਿੱਖ ਜ਼ਰੂਰ ਰਹਿੰਦਾ ਹੈ। ਇਸ ਕਰਕੇ ਆਦਮੀ ਨੂੰ ਅੱਗੇ ਕਿਉਂ ਨਹੀਂ ਲਿਆਉਂਦਾ ਗੁਰੂ ਬਹੁਤਾ? ਕਿਉਂਕਿ ਉਹਦੇ ਵਿੱਚ ਸੰਭਾਵਨਾ ਹੈ ਉਹ ਪਿਛਲੇ ਅਹੁਦਿਆਂ ਦੇ ਗੁਣ ਛੱਡ ਜਾਂਦਾ, ਉਹ ਸਿੱਖੀ ਛੱਡ ਜਾਏਗਾ, ਸਖਾ ਹੋ ਜਾਏਗਾ, ਮਿੱਤਰ ਹੋ ਜਾਏਗਾ, ਕਹੇਗਾ ਗੱਲ ਹੀ ਕੋਈ ਨਹੀਂ, ਤੁਸੀਂ ਪਰਵਾਹ ਨਾ ਕਰੋ, ਗੁਰੂ ਨੂੰ ਜਿਵੇਂ ਕਹੀ ਉਵੇਂ ਕਰਾ ਲਈਦਾ ਹੈ, ਕਾਹਦੀ ਚਿੰਤਾ ਹੈ, ਤੁਸੀਂ ਕੋਈ ਚਿੰਤਾ ਨਾ ਕਰੋ, ਗੁਰੂ ਹੁਣ ਆਪਣੇ ਹੱਥ ਵਿੱਚ ਹੈ। ਬਹੁਤੇ ਗੁਰੂ ਆਪਣੇ ਚੇਲਿਆਂ ਦੇ ਗੁਲਾਮ ਹੋ ਜਾਂਦੇ ਨੇ ਸਮਾਂ ਪਾ ਕੇ। ਪਹਿਲਾਂ ਉਹ ਗੁਲਾਮ ਹੁੰਦੇ ਨੇ ਚੇਲੇ ਉਹਦੇ, ਤੇ ਫਿਰ ਚੇਲਿਆਂ ਦੇ ਗੁਲਾਮ, ਕਿਉਂਕਿ ਉਹ ਨੇੜੇ ਆ ਗਏ, ਮਿੱਤਰ ਬਣਾ ਲਏ, ਕਹਾਣੀ ਖਤਮ ਹੋ ਗਈ। ਪਹਿਲੀ ਸਟੇਜ ਗੁਰੂ ਅਮਰਦਾਸ ਜੀ ਕਹਿੰਦੇ, ਸੋ ਸਿੱਖ ਸਖਾ ਫਿਰ ਮਿੱਤਰ ਬਣ ਗਿਆ। ਬੰਦਪ ਹੈ, ਬੰਦਪ ਦਾ ਅਰਥ ਹੈ ਰਿਸ਼ਤੇਦਾਰ। ਗੁਰੂ ਫਿਰ ਉਹਨੂੰ ਆਪਣਾ ਰਿਸ਼ਤੇਦਾਰ ਵੀ ਬਣਾਉਂਦਾ ਹੈ, ਰਿਸ਼ਤਾ ਗੰਢ ਲੈਂਦਾ ਹੈ, ਰਿਸ਼ਤਾ ਹੋ ਜਾਂਦਾ ਉਹਨਾਂ ਦਾ, ਨਜ਼ਦੀਕਤਾ ਹੋ ਜਾਂਦੀ ਗੁਰੂ ਤੇ ਸਿੱਖ ਦੀ। ਤੇ ਜਦੋਂ ਬੰਦਪ ਦੀ ਸਟੇਜ ਪਾਰ ਕਰ ਜਾਂਦਾ, ਫਿਰ ਅੱਗੇ ਸੋ ਸਿੱਖ ਸਖਾ, ਬੰਦਪ ਹੈ ਭਾਈ, ਭਾਈ ਦਾ ਅਰਥ ਹੈ ਭਰਾ। ਫਿਰ ਗੁਰੂ ਉਹਨੂੰ ਆਪਣਾ ਭਰਾ ਬਣਾ ਲੈਂਦਾ। ਯਾਨੀ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ ਉਹ ਬਰਾਬਰ ਦਾ ਹਿੱਸਾ ਵੰਡ ਕੇ ਉਹਨਾਂ ਹੀ ਉਹਨੂੰ ਦੇ ਦਿੰਦਾ। ਕਿਉਂਕਿ ਗੁਰੂ ਕੋਲ ਉਹ ਤਾਕਤ ਹੈ ਜਿਹੜੀ ਘਟਦੀ ਨਹੀਂ, ਜਿੰਨਾ ਗੁਰੂ ਕੋਲ ਉਹਨਾਂ ਹੀ ਸਿੱਖ ਕੋਲ। ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਉੱਥੇ ਜਾ ਕੇ ਸਿੱਖ ਇੱਕ ਥਾਂ ਤੇ ਅਟਕ ਸਕਦਾ ਹੈ। ਖਿਆਲ ਰੱਖਣਾ, ਮਾਣ ਜਿਹੜਾ ਹੈ ਉਹ ਬੰਦੇ ਦਾ ਆਖਰੀ ਸਮੇਂ ਤੱਕ ਪਿੱਛਾ ਕਰਦਾ ਹੈ, ਜਿੰਨਾ ਚਿਰ ਉਹ ਪਰਮਾਤਮਾ ਦੇ ਵਿੱਚ ਲੀਨ ਹੀ ਨਹੀਂ ਹੋ ਜਾਂਦਾ। ਉੱਥੇ ਵੀ ਮਾਣ ਆ ਸਕਦਾ ਹੈ ਕਿ ਗੁਰੂ ਨੇ ਭਰਾ ਬਣਾ ਲਿਆ ਹੈ, ਬਰਾਬਰ ਕਰ ਦਿੱਤਾ ਹੈ। ਹੁਣ ਉੱਥੇ ਇੱਕ ਹੋਸ਼ ਦੀ ਲੋੜ ਹੈ, ਅਜੇ ਵੀ ਉਹਦੀ ਸੰਪੂਰਨਤਾ ਨਹੀਂ ਹੋਈ। ਭਰਾ ਹੀ ਬਣਾਇਆ ਹੈ, ਹੁਣ ਅੱਗੇ ਲੀਨ ਹੋਣ ਦੀ ਦਸ਼ਾ ਹੈ ਕਿ ਹੁਣ ਆਪਣੀ ਹੋਂਦ ਨੂੰ ਉਹਨੇ ਮਿਟਾਉਣਾ, ਖਤਮ ਕਰਨਾ ਹੈ। ਫਿਰ ਉਹਦੇ ਵਿੱਚ ਕੋਈ ਗੁਨਾਹ ਨਹੀਂ ਹੋ ਸਕਦਾ, ਮਾਨ ਨਹੀਂ ਆ ਸਕਦਾ, ਲੀਨ ਹੀ ਹੋ ਗਿਆ, ਵਿੱਚ ਚਲਾ ਗਿਆ, ਰੂਪ ਹੋ ਗਿਆ ਇੱਕ। ਤਾਂ ਇੱਥੇ 4 ਸਟੇਜਾਂ ਕਹੀਆਂ ਨੇ, ਸੋ ਸਿੱਖ ਸਖਾ, ਬੰਦਪ ਹੈ ਭਾਈ। ਇਹ ਚਾਰੇ ਸਟੇਜਾਂ ਕਿਵੇਂ ਪਾਰ ਕਰੀਦੀਆਂ ਨੇ? ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੀ ਮਰਜ਼ੀ ਵਿੱਚ ਜਿਉਣਾ ਸਿੱਖ ਲੈਂਦਾ ਹੈ, ਉਹ ਸਿੱਖ ਤੋਂ ਸਖਾ ਬਣ ਜਾਂਦਾ, ਸਖਾ ਤੋਂ ਬੰਦਪ ਬਣ ਜਾਂਦਾ, ਬੰਦਪ ਤੋਂ ਭਾਈ ਬਣ ਜਾਂਦਾ ਹੈ। ਤਾਂ ਇਹ ਕਿਵੇਂ ਹੁੰਦਾ? ਇਹ ਹੁੰਦਾ ਭਾਣੇ ਵਿੱਚ ਆਵੇ। ਭਾਣਾ ਕੀ ਹੈ? ਗੁਰੂ ਦਾ ਹੁਕਮ। ਗੁਰੂ ਦਾ ਹੁਕਮ, ਜੀਵਨ ਨੂੰ ਉਸ ਤਰ੍ਹਾਂ ਜਿਉਣਾ ਜਿਵੇਂ ਗੁਰੂ ਨੇ ਹੁਕਮ ਕੀਤਾ ਹੈ, ਉਸੇ ਤਰ੍ਹਾਂ ਕਰੀ ਜਾਣਾ। ਜਿਵੇਂ ਜਿਵੇਂ ਦੱਸਿਆ ਕਿ ਕਿਵੇਂ ਪਰਮਾਤਮਾ ਨਾਲ ਜੁੜਨਾ ਹੈ, ਕਿਵੇਂ ਸੰਸਾਰ ਵਿੱਚ ਰਹਿਣਾ, ਉਹਨੂੰ ਲਾਗੂ ਕਰ ਲੈਣਾ ਜੀਵਨ ਤੇ। ਉਹਨੂੰ ਕਹਿੰਦੇ ਭਾਣੇ ਵਿੱਚ ਆਉਣਾ। ਫਿਰ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜੋ ਆਪਣੇ ਭਾਣੇ ਵਿੱਚ ਆਪਣੀ ਮਨ ਮਰਜ਼ੀ ਵਿੱਚ ਚੱਲਦਾ ਹੈ, ਉਹ ਫਿਰ ਵਿਛੜ ਜਾਂਦਾ ਤੇ ਚੋਟਾਂ ਖਾਂਦਾ ਹੈ। ਇਸ ਕਰਕੇ ਚਿੰਤਾ ਦੀ ਗੱਲ ਕਰ ਰਹੇ ਨੇ। ਚਿੰਤਾ ਕਿਉਂ ਵਾਪਰਦੀ ਹੈ? ਜਦੋਂ ਮਨੁੱਖ ਨੇ ਜੋ ਫਿਕਸ ਕੀਤਾ ਹੈ ਉਹਦੇ ਉਲਟ ਵਾਪਰਦਾ ਹੈ। ਚਿੰਤਾ ਉੱਥੋਂ ਸ਼ੁਰੂ ਹੁੰਦੀ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਬਚਨਾਂ ਵਿੱਚ ਇਹ ਕਹਿ ਰਹੇ ਨੇ। ਸਾਹਿਬ ਕਹਿੰਦੇ, ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਉਹਦੀ ਹੀ ਚਿੰਤਾ ਕਰੀਏ ਜੋ ਐਸੀ ਘਟਨਾ ਹੋਵੇ ਜੋ ਨਹੀਂ ਸੀ ਹੋਣੀ ਤੇ ਉਹ ਹੋ ਜਾਏ। ਅਨਹੋਣੀ ਦਾ ਮਤਲਬ ਜੋ ਹੋਣ ਵਾਲੀ ਨਹੀਂ ਸੀ। ਜੋ ਕੁਝ ਹੋਣਾ ਸੀ ਉਹ ਹੀ ਹੋਇਆ ਹੈ, ਜੋ ਕੁਝ ਅੱਗੇ ਹੋਣਾ ਉਹ ਹੀ ਹੋਵੇਗਾ। ਤਾਂ ਫਿਰ ਚਿੰਤਾ ਕਿਸ ਚੀਜ਼ ਦੀ ਹੈ? ਚਿੰਤਾ ਹੈ ਉਸ ਸੰਸਾਰ ਨੂੰ, ਪਦਾਰਥ ਨੂੰ ਅਸੀਂ ਪਕੜਿਆ ਹੋਇਆ ਹੈ, ਉਹਨੂੰ ਛੱਡਦੇ ਫਿਰ ਕੋਈ ਚਿੰਤਾ ਨਹੀਂ। ਪਦਾਰਥੀ ਦੁੱਖ ਸਭ ਤੋਂ ਵੱਡਾ। ਇਹ ਅਗਿਆਨ ਮਿਟਦਾ ਨਹੀਂ ਸਾਡਾ ਵੀ ਪਦਾਰਥ ਦੁੱਖ ਹੈ। ਸਾਡਾ ਅਗਿਆਨ ਇੱਥੇ ਖੜਾ ਰਹਿੰਦਾ, ਪਦਾਰਥ ਸੁੱਖ ਹੈ।
ਤਾਂ ਉਹ ਜਿਨ੍ਹਾਂ ਨੇ ਛੱਡਿਆ ਉਹਨਾਂ ਦਾ ਦੁੱਖ ਵੀ ਛੁੱਟ ਗਿਆ, ਕਿਉਂਕਿ ਇਹ ਘਟਦਾ ਵੱਧਦਾ ਰਹਿੰਦਾ, ਅੱਗੇ ਪਿੱਛੇ ਹੁੰਦਾ ਰਹਿੰਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਚਿੰਤਾ ਨਹੀਂ ਤੈਨੂੰ ਕਰਨੀ ਚਾਹੀਦੀ, ਕਿਉਂਕਿ ਇਹ ਇਸੇ ਤਰ੍ਹਾਂ ਹੋ ਰਿਹਾ ਹੈ, ਔਰ ਇਹਨੂੰ ਪ੍ਰਵਾਨ ਕਰਨ ਵਾਸਤੇ ਤੂੰ ਪ੍ਰੈਕਟਿਸ ਕਰ, ਅਭਿਆਸ ਕਰ, ਗੁਰੂ ਕੇ ਸੂਤਰਾਂ ਨੂੰ ਜੀਵਨ ਵਿੱਚ ਧਾਰਨ ਕਰ, ਵਿਚਾਰਾਂ ਨੂੰ ਸੁਣ, ਫਿਰ ਉਹਦੇ ਨਾਮ ਨੂੰ ਜਪ, ਸਿਮਰਨ ਕਰ, ਸੇਵਾ ਕਰ, ਬੰਦਗੀ ਕਰ। ਸਿੱਧਾ ਨਹੀਂ ਇਸ ਨੂੰ ਪਾਰ ਕਰਨਾ ਸੌਖਾ। ਇਹ ਵੀ ਖਿਆਲ ਰੱਖਣਾ, ਕਿਤੇ ਸੋਚ ਲੈਣਾ ਵੀ ਕਥਾ ਵਿੱਚ ਸਮਝਾਇਆ ਗਿਆ ਵੀ ਜਿਵੇਂ ਹੁੰਦਾ ਉਸ ਤਰ੍ਹਾਂ ਰਹਿਣਾ ਚਾਹੀਦਾ। ਇਹ ਸਿਰਫ ਸਮਝਾਇਆ ਗਿਆ ਹੈ, ਇਹ ਸਿਰਫ ਚੀਜ਼ ਖਰੀਦੀ ਗਈ ਹੈ, ਦਵਾਈ ਖਰੀਦੀ ਗਈ, ਜੇ ਖਾਧੀ ਨਹੀਂ ਗਈ, ਖਾਣੀ ਹੁਣ ਜਾ ਕੇ ਹੈ। ਹੁਣ ਉੱਥੇ ਦੀ ਪ੍ਰੈਕਟਿਸ ਹੋਵੇਗੀ ਜਦੋਂ ਗੁਰੂ ਦਾ ਦਿੱਤਾ ਨਿਤਨੇਮ ਕਰਾਂਗੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਾਂਗੇ, 10 ਪਾਤਸ਼ਾਹੀਆਂ ਨੂੰ। ਇਹ ਉਦੋਂ ਵਾਪਰੇਗੀ, ਉਦੋਂ ਇਹ ਚੀਜ਼ਾਂ ਸਾਡੇ ਜੀਵਨ ਵਿੱਚੋਂ ਆਪਣੇ ਆਪ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਨਹੀਂ ਤਾਂ ਫਿਰ ਇਹ ਕੱਲੀ ਥਿਉਰੀ ਰਹਿ ਜਾਏਗੀ, ਕੱਲੀ ਕਲਪਨਾ ਰਹਿ ਜਾਏਗੀ। ਵਿਚਾਰ ਅਸੀਂ ਸਿੱਖ ਵੀ ਸਕਨੇ ਹਾਂ, ਦੂਜਿਆਂ ਨੂੰ ਅਸੀਂ ਸੁਣਾ ਵੀ ਸਕਨੇ ਹਾਂ, ਇੱਥੋਂ ਸੁਣਿਆ ਅੱਗੇ ਸੁਣਾ ਦਿੱਤਾ। ਇਸ ਲਈ ਸੁਣਾਉਣਾ ਘਾਤਕ ਹੋ ਸਕਦਾ ਉਸ ਵਿਅਕਤੀ ਵਾਸਤੇ। ਉਹਦੇ ਅੰਦਰ ਕਲਪਨਾ ਹੋ ਸਕਦੀ ਹੈ ਕਿ ਮੈਂ ਇੱਥੇ ਪਹੁੰਚ ਗਿਆ, ਕੰਮ ਕਰਨਾ ਛੱਡ ਦਿੰਦਾ ਹੈ। ਉਸ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਉਸ ਹਵਾ ਦੇ ਵਿੱਚ ਆ ਕੇ ਕਿਤੇ ਦੂਸਰਿਆਂ ਨੂੰ ਦੱਸੇ ਤੇ ਆਪਣਾ ਮੌਕਾ ਖਰਾਬ ਕਰ ਲਵੇ। ਜਿੰਨਾ ਚਿਰ ਗੁਰੂ ਨਾ ਕਵੇ ਉਹਨਾਂ ਚਿਰ ਨਾ ਬੋਲੇ, ਉਹਨਾਂ ਚਿਰ ਚੁੱਪ ਰਵੇ। ਤਾਂ ਇੱਥੇ ਸਤਿਗੁਰੂ ਕਹਿ ਰਹੇ ਨੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਜਿਹੜਾ ਸੰਸਾਰ ਦਾ ਮਾਰਗ ਹੈ, ਰਸਤਾ ਹੈ, ਇੱਥੇ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਇੱਥੇ ਕੋਈ ਨਾ ਸਰੀਰ ਸਥਿਰ ਦਾ ਅਰਥ ਸਦਾ ਰਹਿਣ ਵਾਲਾ, ਨਾ ਇੱਥੋਂ ਦੀ ਕੋਈ ਪਦਾਰਥ। ਇਹ ਤਾਂ ਇੱਕ ਖੂਹ ਦੇ ਉੱਤੇ ਲੱਗੀ ਹੋਈ ਮਾਲ ਜਿਹੜੀ ਹੈ, ਹਰਟ, ਉਹਦੀਆਂ ਟਿੰਡਾਂ ਦੀ ਖੇਡ ਹੈ। ਜਦੋਂ ਉਹ ਚੱਲਦੀਆਂ ਨੇ, ਜਦੋਂ ਟਿੰਡਾਂ ਖੂਹ ਵੱਲ ਜਾਂਦੀਆਂ ਨੇ, ਉਦੋਂ ਪੁੱਠੀਆਂ ਹੋ ਜਾਂਦੀਆਂ, ਖਾਲੀ ਹੋ ਜਾਂਦੀਆਂ। ਫਿਰ ਖੂਹ ਵਿੱਚ ਜਾਂਦੀਆਂ ਨੇ, ਸਿੱਧੀਆਂ ਹੋ ਕੇ ਪਾਣੀ ਭਰਿਆ ਜਾਂਦਾ, ਫਿਰ ਉਹ ਭਰੀਆਂ ਜਾਂਦੀਆਂ। ਫਿਰ ਜਦੋਂ ਉੱਪਰ ਆਉਂਦੀਆਂ, ਫਿਰ ਟੇਢੀਆਂ ਹੋਣ ਨਾਲ ਪਾਣੀ ਡੁੱਲ ਜਾਂਦਾ, ਨਿਕਲ ਜਾਂਦਾ। ਇੱਥੇ ਜੋ ਕੁਝ ਵੀ ਹੈ ਉਸ ਖੂਹ ਦੀ ਮਾਲ ਵਰਗਾ, ਟਿੰਡ ਵਰਗਾ। ਤੇ ਦੁੱਖ ਕਾਹਦਾ ਹੈ? ਜਦੋਂ ਖੂਹ ਦੇ ਵਿੱਚ ਬਣਾਈ ਹੋਈ ਜਿਹੜੀ ਮਾਲ ਹੈ, ਉਹ ਛੋਟੇ ਛੋਟੇ ਬਾਕਸ ਨੇ, ਭਾਂਡੇ ਨੇ, ਜਿਨ੍ਹਾਂ ਵਿੱਚ ਪਾਣੀ ਚੜ੍ਹ ਕੇ ਆਉਂਦਾ ਹੈ। ਜਦੋਂ ਉਹਨਾਂ ਟਿੰਡਾਂ ਦੇ ਵਿੱਚ ਭੁਲੇਖਾ ਪੈ ਜਾਏ ਕਿ ਇਹ ਪਾਣੀ ਮੇਰਾ, ਹੁਣ ਮੈਂ ਇਹਨੂੰ ਛੱਡਣਾ ਨਹੀਂ, ਉਹ ਉਹਨਾਂ ਦਾ ਦੁੱਖ ਹੈ। ਜੇ ਉਹ ਸਮਝ ਲੈਣ ਵੀ ਇਹ ਪਾਣੀ ਮੇਰਾ ਨਹੀਂ, ਇਹ ਸਮੇਂ ਦੇ ਨਾਲ ਜਦੋਂ ਮੈਂ ਪੁੱਠੇ ਪਾਸੇ ਜਾਂਦੀ ਹਾਂ ਤੇ ਉਦੋਂ ਨਿਕਲ ਜਾਂਦਾ ਹੈ, ਜਦੋਂ ਸਿੱਧੇ ਹੋਈਦਾ ਉਦੋਂ ਭਰਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਕਿਸੇ ਦਾ ਸੰਸਾਰ ਨਹੀਂ। ਕਦੀ ਇਹ ਸਾਡੇ ਕੋਲ ਜ਼ਿਆਦਾ ਆ ਜਾਂਦਾ, ਕਦੀ ਘੱਟ ਆ ਜਾਂਦਾ। ਜੇ ਅਸੀਂ ਇਹਦੇ ਨਾਲ ਚੰਬੜਾਂਗੇ ਉਹਦਾ ਦੁੱਖ ਬਣੇਗਾ। ਹਾਂ, ਜਿਨ੍ਹਾਂ ਦੀ ਟਿੰਡ ਖਲੋ ਗਈ ਬਿਲਕੁਲ ਸਿੱਧੀ, ਬਹੁਤ ਘੱਟ ਨੇ। ਜਿਨ੍ਹਾਂ ਦਾ ਜੀਵਨ ਕਾਲ ਚੱਕਰ ਵਿੱਚ ਰੁਕ ਗਿਆ, ਉਹਨਾਂ ਦੀ ਫਿਰ ਜੀਵਨ ਰੂਪੀ ਟਿੰਡ ਕਦੀ ਨਹੀਂ ਖਾਲੀ ਹੁੰਦੀ, ਭਰੀ ਰਹਿੰਦੀ ਹੈ। ਸਥਿਰ ਹੋ ਗਏ, ਉਹ ਟਿਕ ਗਏ। ਸਿਰਫ ਉਹਦੀ ਯਾਦ ਹੀ ਹੈ ਜੋ ਨਿਰੰਤਰ ਭਰ ਕੇ ਰੱਖਦੀ। ਬਾਕੀ ਚੀਜ਼ਾਂ ਦਾ ਸਿਧਾਂਤ ਤੇ ਸ਼ਾਮ ਆਪਾਂ ਵਿਚਾਰ ਕੀਤੀ ਸੀ। ਪਦਾਰਥ ਦੇ ਵਿੱਚ ਬਦਲੀ ਆਉਣੀ ਜ਼ਰੂਰੀ, ਨਹੀਂ ਤੇ ਆਦਮੀ ਅੱਕ ਜਾਏਗਾ। ਹਰ ਇੱਕ ਚੀਜ਼ ਬਦਲਣੀ ਜ਼ਰੂਰੀ ਹੈ। ਇਸ ਕਰਕੇ ਸਾਹਿਬ ਕਹਿੰਦੇ, ਕਹੋ ਨਾਨਕ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇੱਥੇ ਕੋਈ ਸਥਿਰ ਨਹੀਂ, ਟਿਕਣ ਵਾਲਾ ਨਹੀਂ ਹੈ। ਫਿਰ ਸਾਹਿਬ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜਿਸ ਚੀਜ਼ ਨੇ ਪੈਦਾਇਸ਼ ਲਈ ਉਪਜਿਆ ਹੈ, ਬਣਿਆ, ਉਹ ਕਦੀ ਨਾ ਕਦੀ, ਉਹ ਕਿਹੜਾ ਬੂਟਾ ਜਿਹਦੇ ਕਦੀ ਪੱਤਰ ਨਾ ਹਰੇ, ਸੜਦੇ ਨਹੀਂ, ਸੁੱਕਦੇ ਨਹੀਂ। ਸਮਾਂ ਪਾ ਕੇ ਫੁੱਲ ਖਿੜਦੇ ਵੀ ਨੇ, ਫਿਰ ਮੁਰਝਾਉਂਦੇ ਨੇ, ਫਿਰ ਸੁੱਕਦੇ, ਫਿਰ ਉਹਨਾਂ ਦਾ ਬੀਜ ਬਣ ਜਾਂਦਾ, ਫਿਰ ਹੋਰ ਬਣਦੇ। ਇਹ ਚੱਲਦਾ ਰਹਿੰਦਾ ਸਾਰਾ ਕੁਝ। ਉਪਜਦਾ, ਖਤਮ ਹੋ ਜਾਂਦਾ, ਪੈਦਾ ਹੁੰਦਾ, ਨਸ਼ਟ ਹੋ ਜਾਂਦਾ। ਇਹ ਜੇ ਕਿਰਪਾ ਤਾਂ ਹੁੰਦੀ ਬੰਦੇ ਤੇ
सीधा नहीं कोई समझ सकता। जिहड़ा गुरु का शब्द है ना, जदों सिख उहदी कमाई करदा उहनूं जपदा है प्यार नाल, ज्यों ज्यों जपदा जांदा है ते नाम की करदा है, बंदे दे जीवन दे दो भाग कर दिंदा है। ਉਹਦੇ ਅੰਦਰਲੇ ਮਨ ਨੂੰ ਆਤਮ ਨੂੰ ਵੱਖਰਾ ਕਰ ਦਿੰਦਾ ਹੈ ਤੇ ਸਰੀਰ ਵੱਖਰਾ ਹੋ ਜਾਂਦਾ ਹੈ। ਰਹਿੰਦੇ ਇਕੱਠੇ ਹੀ ਨੇ। ਇਸ ਚੱਕਰ ਵਿੱਚ ਨਾ ਪੈਣਾ ਵੀ ਵਿੱਚੋਂ ਕੱਢਣਾ ਸਰੀਰ ਦੇ ਵਿੱਚੋਂ ਸਰੀਰ, ਇਹਦੀ ਨਹੀਂ ਲੋੜ। ਵਿੱਚ ਹੀ ਵੱਖਰਾ ਹੋ ਜਾਂਦਾ ਹੈ, ਬਾਹਰ ਨਹੀਂ ਕੱਢਣਾ ਪੈਂਦਾ। ਜੇ ਇਹ ਸਿੱਖਣਾ ਤੇ ਕਿਸੇ ਯੋਗੀਆਂ ਕੋਲ ਜਾਣਾ ਚਾਹੀਦਾ। ਸਰੀਰ ਵਿੱਚੋਂ ਸਰੀਰ ਕੱਢਣਾ ਜੀ, ਇਹ ਅਯੋਗ ਗੈਰ ਕੁਦਰਤੀ ਸਾਧਨ ਹੈ, ਕੁਦਰਤ ਅਨੁਸਾਰ ਨਹੀਂ ਹੈ। पर जदों कोई वाहिगुरू दे नाम नाल गुरबाणी नाल प्रेम करदा है ते सहज सुभाए ਉਹਦਾ अंदरला मटीरियल तो वखरा हो जाता है, एक साइड ते हो जाता। ਉਹਦੇ ते संसार दे किसी पदार्थ का प्रभाव नहीं पैंदा। फिर उस संसार नूं खेड वेखण लग पैंदा कि बनदी जा रही है, मिटदी जा रही है। शरीर भी इसे तरह ने, अपना शरीर भी इसे तरह, पदार्थ भी इसे तरह ने बनते ने। जिवें बुलबुला बनता मिट जाता, पर मिटदा नहीं, फिर बन जाता है, फिर मिटदा है। इस तरह की एक खेड चल रही है। इनू समझ लैंदा है साहब। उसे नू इस बचन विच कहंदे, जो उपजो सो बिनस है, परे परो आज कै काल। ये फर्क हो सकता भी अज कल जां कुछ सालां दा फर्क, कुछ दहाकियां दा फर्क पै सकदा है। फिर की करना चाहिए? गुरु तेग बहादुर साहब कहंदे, नानक हर गुण गाए ले, छाड़ सगल जंजाल। हे मेरे मन, परमात्मा दे गुणां नूं गा, ओदी उस्तत कर, होर जंजाल छड्ड दे। छड्डण दा मतलब उन्हां तो उच्चा उठ जा। संसार दे झंझट तो बचन का यतन कर, निर्लेप रहना शुरू कर दे। निर्लेप रहना सिख लै। ये पंक्ति है, छाड़ सगल जंजाल। जंजालां नूं छड्डण दी जाच सिख, जंजालां दी वरतों कर, पर वखरा रह के कर। छाड़ सगल जंजाल। जिवें कोई व्यक्ति कंडियां वाली धरती तो पैर विच जुत्ती पा के गुजर जाता है। संसार के जंजालों के विचों दी इस तरह गुरु के शब्द नूं जीवन विच रख के इथों पार निकल जा। जे तू उहदे तो बिना लंघिया दे विचों ते चुभ जाएगा सारा कुछ। ज्यों ज्यों चलै चुभै दुख पावै, जमकाल सहे सिर डंडा है। कहन लगे, नानक हर गुण गाए ले, छाड़ सगल जंजाल। इस पंक्ति नूं एक बारी पढ़िए, सारिਆਂ ने किरपा करनी। नानक हर गुण गाए ले, 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 नानक हर गुण गाए ले। नानक हर गुण गाए ले, नानक हर गुण गाए ले। छाड़ सगल जंजाल, नानक हर गुण गाए ले, नानक हर गुण गाए ले। छाड़ सगल इस जगत विच विचरदियां परमात्मा दे गुण गाउणे चाहीदे ने। जो सदा ही मनुख दा संगी है, उहदी निज पूंजी अपना धन है, उहनूं कमाउणा चाहीदा। गुरु तेग बहादुर साहब किरपा करन, ये दात जीवन विच वसे, लोक परलोक सुहेला हो सके। इन्नियां बेनतियां प्रवान करनियां। बेअंत प्रकार दीयां भुलां चुकां दी खिमा। वाहिगुरू जी का खालसा, वाहिगुरू जी की फतेह।